ਡੀਸੀ ਨੂੰ ਹੁਕਮ ਚਾੜ ਦੇਣ, ਡੰਡਾ ਚਾੜ देण कि जे इन्ने वीडियो बना के भेज भी जे इन्ने पिंडां 'ਚ इन्ने झंडे ना दिखे ਜਾਂ तेरे कोल झंडे बचे रहे तो तेनों असीं छड्डांगे नहीं। आ पंछी है तुहाडे सामने जी, जे इहनूं पिंजरे 'ਚ पा दोगे तो उहनूं रोज़ सवेरे पढ़ाओगे तूं आज़ाद आ, तूं आज़ाद आ, तूं आज़ाद आ, वो मर जाऊगा। भई जे तुसीं आज़ाद आ तो उन्हां नूं डंडे मार मार के दसना पऊगा भी तुसीं आज़ाद आ। इस तरीके नाल मानसिकता पैदा कीती अपनी। उन्हां लोकां लई आज़ादी है जिहड़े लुड्डियां पाउंदे फिरदे आ, जिहड़े साडे ते राज करदे आ, जिहड़े सारी गल दी गुड्डी कमाई फिरदे आ ते जिहड़े देश दी तबाही कर रहे आ। भई मैं ते तुहाडे मैं देखा जाके निआणिਆਂ ਦੀਆਂ नलियां पूंजदे फिरनगे जाके आ ਜਿਹੜੇ ਤੁਹਾਡੇ ਲੀਡਰ ਆ ਉਹਨਾਂ ਦੇ ਨਾਲ ਵੇਖਿਆ ਨਹੀਂ ਕਿਵੇਂ ਜਾ ਕੇ ਰੋਟੀਆਂ ਖਾਂਦੇ ਆ ਤੇ ਦੇਖਣਗੇ ਅਸਲੀਅਤ ਕੀ ਇਹਨਾਂ ਦੇ ਅਸਲੀ ਖੂਖਾਰੀ ਚਿਹਰੇ ਕੀ ਹੈ ਜਿਹੜੇ ਤੁਹਾਡੇ ਕੋਲੋਂ ਬੜੇ ਮੇਮਣੇ ਬਣ ਕੇ ਆਉਂਦੇ ਆ ਤੇ ਬਾਅਦ ਚ ਭੇੜੀਏ ਬਣ ਜਾਂਦੇ ਆ। ਬਾਬਾ ਬੂਝਾ ਸਿੰਘ ਨਕਸਲਾਈਟਾਂ ਦਾ ਲੀਡਰ ਪੰਜਾਬ 'ਚ ਹੁੰਦਾ ਸੀਗਾ, ਸਾਈਕਲ ਚਲਾਉਂਦਾ ਸੀ, ਅੱਖਾਂ ਤੋਂ ਉਹਨੂੰ ਦਿਖਦਾ ਨਹੀਂ, ਕਹਿੰਦੇ ਪੁਲਿਸ ਮੁਕਾਬਲਾ ਕੀਤਾ। ਯਾਰ ਕੁਛ ਤੇ ਸ਼ਰਮ ਕਰੋ। हाँ राज बादल ਜਿਹੜੇ VC ਸੀਗੇ ਉਹਨਾਂ ਤੋਂ ਮਾਫੀ ਮੰਗਣ, ਨਹੀਂ ਤੇ ਆਪਣਾ ਰਿਜ਼ਾਈਨ ਦੇ ਕੇ ਪਰਾਂ ਕਰੋ। ਅਸੀਂ ਨਹੀਂ ਤੇ ਲੱਗੇ 15 ਤਰੀਕ ਤੋਂ ਬਾਅਦ ਤੁਹਾਡੀ ਖਾਟ ਖੜੀ ਕਰ। ਯਾਨੀ ਡਬਲ ਇੰਜਣ ਇਸ ਕਰਕੇ ਥੋੜ੍ਹੀ ਚਾਹੀਦਾ ਕਿ ਲੋਕਾਂ ਨੂੰ ਕੋਲਾ ਲਿਆ ਕੇ ਦੇਣਾ ਥਰਮਲ ਪਲਾਂਟਾਂ ਨੂੰ ਜਾਂ ਲੋਕਾਂ ਨੂੰ ਦਾਣੇ ਲਿਆ ਕੇ ਦੇਣੇ ਆ, ਲੋਕਾਂ ਨੂੰ ਉਹ ਇੰਜਣ ਥੱਲੇ ਕੁਚਲਣਾ। ਇਸ ਕਰਕੇ ਇੱਕ ਇੰਜਣ 'ਚ ਜੇ ਬਚ ਗਿਆ ਤੇ ਦੂਜੇ ਤੋਂ ਥੱਲੇ ਉਹਨਾਂ ਦੀ ਮੰਜੀ ਉਹ ਬਚੇ ਨਾ। ਸੰਨ 47 ਹੋਇਆ ਜੇ ਇੰਜ ਲੱਗਦਾ ਸੀ ਕਿ ਅਸੀਂ ਆਜ਼ਾਦ ਤੇ ਅੱਜ ਹੀ ਹੋਏ ਹਾਂ 75 ਸਾਲਾਂ ਬਾਅਦ। ਮੋਦੀ ਨੇ ਕੀਤੇ, ਪਹਿਲਾਂ ਤੇ ਗੁਲਾਮ ਹੀ ਸੀ। ਸਿਮਰਨਜੀਤ ਸਿੰਘ ਮਾਨ ਜਿਹੜੇ ਸੰਗਰੂਰ ਤੋਂ MP ਨੇ ਉਹਨਾਂ ਨੇ ਵੀ ਆਖਿਆ ਹੈ ਕਿ ਅਸੀਂ ਇਸ ਤਿਰੰਗੇ ਨੂੰ ਨਹੀਂ ਮੰਨਦੇ, ਅਸੀਂ ਕੇਸਰੀ ਝੰਡਾ ਜਿਹੜਾ ਉਹ ਆਪਣੇ ਘਰਾਂ 'ਤੇ ਲਹਿਰਾਵਾਂਗੇ। ਉਹਨਾਂ ਨੇ ਕੇਸਰੀ ਝੰਡਾ 15 ਅਗਸਤ ਵਾਲੇ ਦਿਨ ਲਗਾਉਣ ਦਾ ਸੰਦੇਸ਼ ਆ ਜਿਹੜਾ ਉਹ ਦਿੱਤਾ ਹੈ। ਤਾਂ ਕਿਵੇਂ ਦੇਖਦੇ ਹੋ? ਜਲੂਸ ਨਿਕਲੂ। ਸਤਿ ਸ਼੍ਰੀ ਅਕਾਲ ਜੀ, ਤੇ ਮੈਂ ਤੁਹਾਡੇ ਨਾਲ ਬਲਵਿੰਦਰ ਸਿੰਘ ਢੀਂਡਸਾ। ਅੱਜ ਅਸੀਂ ਗੱਲ ਕਰਾਂਗੇ ਕਿ ਇੱਕ ਪਾਸੇ ਆਪਣਾ ਦੇਸ਼ ਆ ਜਿਹੜਾ ਉਹ ਆਜ਼ਾਦੀ ਦੇ 75 ਵਰ੍ਹੇ ਮਨਾ ਰਿਹਾ ਹੈ, ਲੇਕਿਨ ਜਿਹੜੇ ਸਾਡੇ ਲੋਕ ਨੇ, ਦੇਸ਼ ਦੀ ਜਿਹੜੀ ਆਮ ਜਨਤਾ ਹੈ ਉਹ ਇਸ ਵਕਤ ਸਿਸਟਮ ਦੇ ਨਾਲ ਜੂਝ ਰਹੀ ਹੈ। ਤਰ੍ਹਾਂ ਦੀਆਂ ਮੁਸ਼ਕਿਲਾਂ ਨੇ ਜਿਹੜੀਆਂ ਉਹ ਆਮ ਇਨਸਾਨ ਦੀ ਜ਼ਿੰਦਗੀ ਵਿੱਚ ਨੇ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੱਲਬਾਤ ਲਈ ਨੇ। ਬਹੁਤ ਬਹੁਤ ਸਵਾਗਤ ਹੈ ਪ੍ਰੋਫੈਸਰ ਸਾਹਿਬ ਤੁਹਾਡਾ। ਬਹੁਤ ਧੰਨਵਾਦ ਜੀ। ਦੇਖੋ ਜੀ, ਇਸ ਵਾਰ ਆਜ਼ਾਦੀ ਦੇ 75 ਸਾਲ ਆਪਾਂ ਮਨਾ ਰਹੇ ਹਾਂ। ਕੇਂਦਰ ਸਰਕਾਰ ਵੱਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਉਣ ਦਾ ਐਲਾਨ ਆ ਜਿਹੜਾ ਉਹ ਕੀਤਾ ਗਿਆ ਹੈ। ਘਰਾਂ ਉੱਤੇ ਝੰਡੇ ਲਾਉਣ ਦੀ ਗੱਲ ਆ ਜਿਹੜੀ ਉਹ ਆਖੀ ਗਈ ਹੈ, ਲੇਕਿਨ ਜਿਹੜੇ ਲੋਕ ਆਮ ਲੋਕ ਘਰਾਂ ਦੇ ਵਿੱਚ ਰਹਿੰਦੇ ਨੇ ਉਹ ਸਿਸਟਮ ਨਾਲ ਜੂਝ ਰਹੇ ਨੇ। ਗਰੀਬੀ, ਮਹਿੰਗਾਈ, ਮਾੜਾ ਹੈਲਥ ਸਿਸਟਮ, ਮਾੜਾ ਐਜੂਕੇਸ਼ਨ ਸਿਸਟਮ ਤੇ ਮਾੜਾ ਜਿਹੜਾ ਭ੍ਰਿਸ਼ਟਾਚਾਰ ਵਾਲੇ ਹਾਲਾਤ ਨੇ ਜਿਹੜੇ ਉਹਨਾਂ ਨਾਲ ਜੂਝ ਰਹੇ ਨੇ। ਤਾਂ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਘਰਾਂ ਉੱਤੇ ਝੰਡੇ ਲਾਓ, ਬਹੁਤੇ ਲੋਕ ਤਾਂ ਅਜਿਹੇ ਨੇ ਜਿਨ੍ਹਾਂ ਕੋਲ ਆਪਣੇ ਘਰ ਵੀ ਨਹੀਂ ਹੈ। ਢੀਂਡਸਾ ਜੀ, ਬਹੁਤ ਗੱਲ ਦੀ ਤੁਸੀਂ ਪ੍ਰੀਐਂਬਲ ਤੇ ਆਪ ਹੀ ਦੇ ਦਿੱਤਾ ਸਾਰੀ ਗੱਲ ਦਾ। ਇਹ ਬੜੀ ਚੰਗੀ ਗੱਲ ਆ। ਇਸੇ ਕਰਕੇ ਜਿਹੜਾ ਆਮ ਸਿਟੀਜ਼ਨ ਆ, ਸ਼ਹਿਰੀ ਹੈ ਸਾਡਾ, ਭਾਵੇਂ ਪੇਂਡੂ ਹੈ ਭਾਵੇਂ ਸ਼ਹਿਰ 'ਚ ਰਹਿੰਦਾ, ਉਹਨੂੰ ਇੰਝ ਲੱਗਦਾ ਕਿ ਇਹ ਸੱਤਾ ਦਾ ਪਰਿਵਰਤਨ ਹੋਇਆ। ਕਾਲੇ ਅੰਗਰੇਜ਼ ਆ ਗਏ ਤੇ ਚਿੱਟੇ ਅੰਗਰੇਜ਼ ਚਲੇ ਗਏ। ਇਹ ਗੱਲ ਤੇ ਬੜੀ ਬੁਰੀ ਲੱਗਦੀ ਆ, ਬੜੀ ਚੁੱਭਵੀਂ ਲੱਗਦੀ ਆ ਜਦੋਂ ਕਈ ਹਜ਼ਾਰ ਕਰੋੜ ਰੁਪਈਏ ਦੇ ਤਿਰੰਗੇ ਝੰਡਿਆਂ 'ਤੇ ਖਰਚ ਕੀਤਾ ਜਾ ਰਿਹਾ ਕਿ ਇਸ ਗੱਲ ਲਈ ਕਿ ਲੋਕਾਂ ਨੂੰ ਇਹ ਭਰੋਸਾ ਆ ਜੇ ਵੀ ਅਸੀਂ ਆਜ਼ਾਦ ਹਾਂ। ਭਈ ਜੇ ਤੁਸੀਂ ਆਜ਼ਾਦ ਆ ਤੇ ਉਹਨਾਂ ਨੂੰ ਡੰਡੇ ਮਾਰ ਮਾਰ ਕੇ ਦੱਸਣਾ ਪਊਗਾ ਵੀ ਤੁਸੀਂ ਆਜ਼ਾਦ ਆ। ਆਜ਼ਾਦ ਆ ਤੇ ਆਜ਼ਾਦੀ ਤੇ ਇੱਕ ਅਹਿਸਾਸ ਆ। ਆਹ ਪੰਛੀ ਆ ਤੁਹਾਡੇ ਸਾਹਮਣੇ ਜੀ, ਜੇ ਇਹਨੂੰ ਪਿੰਜਰੇ 'ਚ ਪਾ ਦੋਗੇ ਤਾਂ ਉਹਨੂੰ ਰੋਜ਼ ਸਵੇਰੇ ਪੜ੍ਹਾਓਗੇ ਤੂੰ ਆਜ਼ਾਦ ਆ, ਤੂੰ ਆਜ਼ਾਦ ਆ, ਤੂੰ ਆਜ਼ਾਦ ਆ, ਉਹ ਮੰਨ ਜਾਊਗਾ। ਸਾਡੇ ਪੋਲੀਟੀਸ਼ੀਅਨ ਜਿਹੜੇ ਆ, ਰਾਜਨੀਤਿਕ ਲੋਕ, ਸਿਆਸੀ ਲੋਕ ਇਹ ਸਮਝਦੇ ਆ ਕਿ ਜਿੰਨੀ ਮਹਾਰਤ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਉਹਨਾਂ ਨੇ ਕਰ ਲਈ ਹੈ, ਔਰ ਲੋਕ ਜਿੰਨੇ ਬੇਵਕੂਫ ਹੈ ਔਰ ਸਿੱਧੇ ਸਾਦੇ ਹੈ ਉਹਨਾਂ ਦੇ ਪ੍ਰਚਾਰ 'ਚ ਆ ਕੇ ਬੇਵਕੂਫ ਬਣਾਇਆ ਜਾ ਸਕਦਾ। ਇਹ ਉਹਨਾਂ ਨੂੰ ਵਿਸ਼ਵਾਸ ਆ। ਇਸ ਨੂੰ, ਇਸ ਸੋਚ ਨੂੰ ਇੱਕ ਟਰਮ ਆ ਅੰਗਰੇਜ਼ੀ 'ਚ ਉਹਨੂੰ ਕਹਿੰਦੇ ਪੋਸਟ ਟਰੁੱਥ, ਪੁਨਰ ਸੱਚਾਈ। ਮਤਲਬ ਤੁਸੀਂ ਝੂਠ ਨੂੰ ਗੋਬਲਸ ਵਾਂਗੂ ਸੱਚ ਬਣਾ ਕੇ ਪੇਸ਼ ਕਿਵੇਂ ਕਰ ਦੇਣਾ, ਇਕੱਲਾ ਪੇਸ਼ ਹੀ ਨਹੀਂ ਕਰਨਾ, ਲੋਕਾਂ ਨੂੰ ਮਨਵਾ ਵੀ ਲੈਣਾ, ਜਚਾ ਵੀ ਦੇਣਾ ਕਿ ਇਹੀ ਸੱਚ ਆ, ਬਾਕੀ ਤੁਸੀਂ ਜਿਹੜਾ ਸੋਚਦੇ ਆ ਤੁਹਾਨੂੰ ਭੁੱਖ ਲੱਗੀ ਆ, ਐਵੇਂ ਗੱਲ ਹੋਣੀ ਆ, ਭੁੱਖ ਤੇ ਲੱਗੀ ਆ, ਤਾਂ ਧੁੱਪ ਲੱਗ ਰਹੀ ਆ, ਗਰਮੀ ਲੱਗ ਰਹੀ, ਉਹ ਨਹੀਂ ਐਵੇਂ ਤੂੰ ਜਾ ਕੇ ਡਾਕਟਰ ਕੋਲ ਗੋਲੀ ਖਾ, ਤੇਰੇ ਸਰੀਰ 'ਚ ਗਰਮੀ ਪੈਦਾ ਹੋ ਗਈ ਆ। ਬਾਹਰ ਗਰਮੀ ਕੋਈ ਨਹੀਂ ਹੈਗੀ, ਭਾਵੇਂ ਬਾਹਰ 45 ਡਿਗਰੀ ਸੈਂਟੀਗ੍ਰੇਡ ਹੋਇਆ ਹੋਵੇ,
ਮੀਂਹ ਪੈਂਦਾ ਉਹ ਵੀ ਜਿਤਾ ਦੇਣਾ, ਮੀਂਹ ਨਹੀਂ ਪੈਂਦਾ ਇਹ ਤੇ ਐਵੇਂ ਹੀ ਆ, ਮਾੜਾ ਜਿਹਾ ਕੁਛ ਵੀ ਨਹੀਂ ਹੈ, ਪਤਾ ਨਹੀਂ ਇੱਥੋਂ ਉੱਠਿਆ ਹੋਣਾ ਕੁਛ ਨਹੀਂ, ਇਹ ਨਹੀਂ ਮੀਂਹ ਪੈਂਦਾ, ਫਸਲ ਡੁੱਬ ਗਈ ਹੈ ਲੋਕਾਂ ਦੀ। ਨਾ ਜੀ, ਕਾਹਦੀ ਆ, ਇਹਦੇ ਨਾਲ ਤੇ ਧਰਤੀ ਤਕੜੀ ਹੋ ਗਈ ਆ, ਹੋਰ ਸਗੋਂ ਥੱਲੇ ਪਾਣੀ ਚਲ ਗਿਆ, ਥੱਲੇ ਪਾਣੀ ਮੁੱਕ ਗਿਆ, ਇਹਦਾ ਹੀ ਤੁਹਾਨੂੰ ਫਾਇਦਾ ਹੋਣਾ। ਜਾਣੀ ਬੰਦਾ ਰੋਈ ਜਾਂਦੇ ਆ, ਕਿਸਾਨ ਰੋਈ ਜਾਂਦੇ, ਸਾਡੀਆਂ 3-3 ਫਸਲਾਂ ਮਰ ਗਈਆਂ, ਸਾਡੇ ਬਾਗ ਖਰਾਬ ਹੋ ਗਏ, ਤਾਂ ਉਹਨਾਂ ਨੂੰ ਇਹ ਜਿਤਾ ਦੇਣਾ ਕਿ ਜਿਹੜਾ ਤੁਹਾਡਾ ਨੁਕਸਾਨ ਹੈ ਇਹਦੇ 'ਚ ਹੀ ਤੁਹਾਡਾ ਫਾਇਦਾ। ਇਸ ਕਿਸਮ ਦੀ ਜਦੋਂ ਬਿਰਤੀ ਬਣ ਜਾਏ ਇੱਕ ਦੇਸ਼ ਅੰਦਰ, ਅਣਸਖਾਵਾਂ ਧੋਖੇ ਭਰਿਆ ਇੱਕ ਮਾਹੌਲ ਬਣ ਜਾਏ, ਉੱਥੇ ਸੱਚਾਈ ਦੀ ਗੱਲ ਕਰਨਾ, ਉੱਥੇ ਢੀਂਡਸਾ ਜੀ ਵਿਚਾਰ ਦੀ ਗੱਲ ਕਰਨਾ, ਉੱਥੇ ਤਰਕ ਦੀ ਗੱਲ ਕਰਨਾ, ਇਹ ਇੱਕ ਐਵੇਂ ਲੱਗਦਾ ਇਤਿਹਾਸ ਹੀ ਬਣ ਗਿਆ ਹੋਵੇ, ਉਹ ਵੀ ਸ਼ਾਇਦ 75 ਸਾਲ ਹੀ ਪੁਰਾਣਾ ਹੋ ਗਿਆ ਹੋਵੇ। ਅੰਮ੍ਰਿਤ ਇਹਦਾ ਨਾਂ ਰੱਖਿਆ, ਦੱਸੋ ਕਿਹੜਾ ਅੰਮ੍ਰਿਤ ਹੈ? ਗੰਗਾ ਜਲ ਨੂੰ ਅੰਮ੍ਰਿਤ ਸਮਝਿਆ। ਮੇਰੇ ਵੀ ਘਰ 'ਚ ਕੋਈ ਰੱਖ ਗਿਆ ਸੀਗਾ, ਕਿਸੇ ਨੂੰ ਗਾਂ ਇੱਕ ਕੈਨੀ ਜੀ ਦੇਣੀ ਸੀ, ਕਹਿੰਦੇ ਗੰਗਾ ਜਲ ਆ, ਮਰੇ ਦੇ ਮੂੰਹ 'ਚ ਪਾਉਂਦੇ ਆ, ਬੜਾ ਸਾਫ਼ ਹੁੰਦਾ, ਉਹਦੇ ਨਾਲ ਬੰਦੇ ਦਾ ਸਾਰੇ ਪੁਰਾਣੇ ਪਾਪ ਧੋਤੇ ਜਾਂਦੇ ਆ, ਇਸ ਕਰਕੇ ਜੀਂਦੇ ਜੀ ਜਿਹੜਾ ਨਹੀਂ ਕਰ ਸਕਿਆ ਮਰੇ ਦੇ ਕਰ ਦਿਓ, ਲੈ ਗਿਆ ਚੁੱਕ ਕੇ। ਉਹ ਗੰਗਾ ਛੱਡੀ ਇਹਨਾਂ ਨੇ, ਉਹਦੇ ਲਈ ਪਤਾ ਨਹੀਂ 10,000 ਕਰੋੜ ਰੁਪਈਆ ਰੱਖਿਆ ਮੋਦੀ ਨੇ। ਵੀ ਜੇ ਗੰਗਾ ਸਾਫ਼ ਨਹੀਂ ਬਚੀ, ਜੇ ਸਾਡੀ ਜਮਨਾ ਸਾਫ਼ ਨਹੀਂ ਬਚੀ, ਤੁਸੀਂ ਦੇਖ ਲਓ ਦਿੱਲੀ ਲਾਗੋਂ ਦੀ ਲੰਘਦੀ ਹੈ ਜੀ, ਤੇ ਫਿਰ ਜਿਹੜੇ ਤੁਹਾਡੇ ਕਹਿਣ ਦਾ ਮਤਲਬ ਸਾਧਨ ਸੀ ਸਾਫ਼ ਕਰਨ ਦੇ, ਜਿਨ੍ਹਾਂ ਨੂੰ ਤੁਸੀਂ ਪਵਿੱਤਰ ਮੰਨਦੇ ਸੀ, ਮੈਨੂੰ ਮਾਂ ਗੰਗਾ ਨੇ ਬੁਲਾਇਆ, ਮੋਦੀ ਕਹਿੰਦਾ ਸੀ, ਉੱਥੇ ਵਾਰਨ ਸੀ ਜੀ, ਤੇ ਇਹਦੀ ਸਫਾਈ ਤੇ ਇਹਦੀ ਸੇਵਾ ਤੇ ਮੇਰਾ ਫਰਜ਼ ਹੈ। ਕੀ ਬਣਿਆ? ਕੁਛ ਬਣਿਆ? ਉਹੋ ਹੀ ਸਾਰਾ ਗੰਦਾ ਪਾਣੀ ਗੰਗਾ ਤੇ ਰਾਮ ਤੇਰੀ ਗੰਗਾ ਮੈਲੀ ਹੋ ਗਈ, ਉਹੋ ਹੀ ਗੱਲ ਆ। ਸਾਰੀ ਫੈਕਟਰੀਆਂ ਦਾ, ਕਾਰਪੋਰੇਟਾਂ ਦੀ ਗੰਦਗੀ, ਕਾਰਖਾਨਿਆਂ ਦਾ ਭਾਰ ਢੋ ਕੇ ਉਹ ਥੱਕ ਗਏ ਸਾਡੇ ਦਰਿਆ, ਸਾਡਾ ਪਾਣੀ, ਸਾਡੀ ਹਵਾ, ਸਾਡੀ ਧਰਤੀ। ਇਹ ਆਜ਼ਾਦੀ ਮਿਲੀ ਆ। ਲੋਕ ਕੀ ਕਹਿ ਰਹੇ ਆ? ਲੋਕ ਤੇ ਕਰਲਾ ਰਹੇ ਹੈ। ਆ ਹੁਣ ਸਾਡੇ ਜੇ ਪੰਜਾਬ 'ਚ, ਕਿਉਂਕਿ ਪੰਜਾਬੀ ਜ਼ਿਆਦਾ ਸੁਣਦੇ ਹੋਣਗੇ ਸਾਡੀ ਗੱਲ ਜੀ, ਅਸੀਂ ਇੱਕ ਨੂੰ ਪਰਾਂ ਕਰਦੇ ਹਾਂ, ਦੋ ਨੂੰ ਪਰਾਂ ਕਰਦੇ ਹਾਂ, ਜਿਹੜਾ ਤੀਜਾ ਆਉਂਦਾ ਉਹ ਫਿਰ ਉਹ ਉਸੇ ਤਰ੍ਹਾਂ ਦਾ ਹੀ ਆਣ। ਜਾਣੀ ਹੋ ਸਕਦਾ ਉਹ ਪਹਿਲਾਂ ਚੰਗਾ ਹੋਵੇ, ਜਿਉਂ ਹੀ ਉਹ ਕੁਰਸੀ 'ਤੇ ਬਹਿੰਦਾ ਰਾਤੋਂ ਰਾਤ ਪਤਾ ਨਹੀਂ ਕਿਹੜੀ ਬਿਜਲੀ ਉਹਨਾਂ ਦੇ ਸਰੀਰ 'ਚ ਫਿਰ ਜਾਂਦੀ ਆ, ਉਹ ਪਹਿਲਾਂ ਨਾਲੋਂ ਵੀ ਭਿਆਨਕ ਹੋ ਜਾਂਦੇ। ਠੀਕ, ਤੁਸੀਂ ਵਾਤਾਵਰਣ ਦੀ ਗੱਲ ਕੀਤੀ ਹੈ, ਤਾਂ ਇੱਕ ਦੇਸ਼ ਵਿੱਚ ਕੰਮ ਕਰਦਾ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ। ਫੈਕਟਰੀਆਂ ਦਾ ਪਤਾ ਲੱਗ ਜਾਂਦਾ ਹੈ ਕਿ ਪੋਲਿਊਟਡ ਪਾਣੀ ਆ ਧਰਤੀ ਹੇਠਾਂ ਪੰਪ ਕਰਦੇ ਨੇ, ਠੀਕ ਹੈ, ਜਿਹੜੇ ਨਿਯਮ ਨੇ ਪ੍ਰਦੂਸ਼ਣ ਦੇ, ਧੂਏ ਦੇ, ਉਹਨਾਂ ਦੀ ਉਲੰਘਣਾ ਕਰਦੇ ਨੇ, ਤਾਂ ਕੁਝ ਕੁ ਕਰੋੜ ਰੁਪਏ ਦਾ ਜੁਰਮਾਨਾ ਹੈ ਜਿਹੜਾ ਉਹਨਾਂ ਨੂੰ ਕੀਤਾ ਜਾਂਦਾ ਹੈ, ਅਤੇ ਕੁਝ ਕੁ ਮਹੀਨਿਆਂ ਬਾਅਦ ਫੈਕਟਰੀਆਂ ਨੇ ਜਿਹੜੀਆਂ ਉਹ ਦੁਬਾਰਾ ਚੱਲਣ ਲੱਗ ਜਾਂਦੀਆਂ ਨੇ। ਦੁਬਾਰਾ ਜਿਹੜਾ ਕੁਦਰਤ ਨਾਲ ਖਿਲਵਾੜ ਹੁੰਦਾ ਹੈ, ਤਾਂ ਕੁਝ ਕੁ ਕਰੋੜ ਪਿੱਛੇ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਨੇ ਜਿਹੜੀਆਂ ਉਹ ਜਾ ਰਹੀਆਂ ਨੇ। ਕੈਂਸਰ ਵਰਗੀਆਂ ਬਿਮਾਰੀਆਂ ਅੱਜ ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ ਪਹੁੰਚ ਚੁੱਕੀਆਂ ਨੇ। ਹਾਂ ਢੀਂਡਸਾ ਜੀ, ਇਸੇ ਕਰਕੇ ਇਹ ਜਿਹੜੀ ਧਰਤੀ ਹੈ, ਇਹ ਪਾਣੀ ਤੇ ਹਵਾ, ਇਹ ਸਾਰਿਆਂ ਦਾ, ਇਹ ਰੱਬ ਦੀਆਂ ਨਿਆਮਤਾਂ, ਕਿਸੇ ਦੇ ਫੈਕਟਰੀ 'ਚ ਬਣਾਈ ਹੋਈ ਨਹੀਂ ਹੈ ਧਰਤੀ ਜੀ। ਨਾ ਪਾਣੀ ਤੇ ਨਾ ਹਵਾ। ਕਿਹਨੇ ਬਣਾਈ ਹੈ? ਕੌਣ ਮਾਲਕ ਹੈ ਇਹਦਾ? ਸਮੁੰਦਰ ਦਾ ਕੌਣ ਮਾਲਕ ਹੈ? ਰੱਬ ਨੇ ਬਣਾਇਆ। ਮਛਲੀਆਂ ਮਾਲਕ ਆ ਜੀ, ਜਾਂ ਵੇਲ ਮੱਛੀਆਂ ਜਿਹੜੀਆਂ ਉੱਥੇ ਵੱਡੀਆਂ ਵੱਡੀਆਂ, ਉਹ ਉਹਦੀਆਂ ਮਾਲਕ, ਕਿਉਂਕਿ ਉਹਨਾਂ ਦਾ ਘਰ ਆ, ਉਹ ਰਹਿੰਦੀਆਂ। ਅਸੀਂ ਤਾਂ ਸਾਰੇ ਤਬਾਹੀ ਦਾ ਕਾਰਨ ਬਣੇ ਆ। ਜਿਹੜਾ ਸਾਡਾ ਕਾਨਫਲਿਕਟ ਆ, ਜਿਹੜੀ ਤੁਸੀਂ ਗੱਲ ਕਹਿੰਦੇ ਆ, ਮੈਂ ਹੁਣ ਥੋੜ੍ਹੀ ਜਿਹੀ ਬਰੀਕੀ ਦੀ ਗੱਲ ਵੀ ਕਰ ਲਵਾਂ ਜੀ। ਜਦੋਂ ਸਾਧਨ ਸਾਰੇ ਸਮਾਜਿਕ ਹੋਣ, ਸਮਾਜ ਪੈਦਾ ਕਰਦਾ, ਜੁੱਤੀ ਵਰਕਰ ਪੈਦਾ ਕਰਦਾ, ਮੇਰੀ ਪੱਗ ਕਿਸੇ ਵਰਕਰ ਨੇ ਪੈਦਾ ਕੀਤੀ ਹੈ ਜੀ, ਆ ਸ਼ਰਟ, ਆ ਤੁਹਾਡਾ ਕੈਮਰਾ ਜਿਹਦੇ 'ਚ ਅਸੀਂ ਬੋਲ ਰਹੇ ਹਾਂ, ਕਿਸੇ ਵਰਕਰ ਨੇ ਪੈਦਾ ਕੀਤਾ ਜੀ। ਇਹ ਕਿਸੇ ਪੈਸੇ ਵਾਲੇ ਨੇ ਨਹੀਂ ਪੈਦਾ ਕੀਤਾ, ਕਿਤੇ ਪੈਸੇ ਦੀ ਥੈਲੀ 'ਚੋਂ ਨਹੀਂ ਨਿਕਲਿਆ, ਨਾ ਇਹ ਬੈਂਕ 'ਚੋਂ ਨਿਕਲਿਆ। ਹਜ਼ਾਰਾਂ ਦੁਨੀਆ 'ਚ ਕੰਮ ਕਰ ਰਹੇ ਲੱਖਾਂ ਕਰੋੜਾਂ ਵਰਕਰਾਂ ਦੀ ਮਿਹਨਤ ਸਦਕਾ ਇਹ ਬਣਦਾ। ਅਤੇ ਉਹਦੇ 'ਤੇ ਕਬਜ਼ਾ ਕੌਣ ਕਰ ਲੈਂਦਾ? 2-4 ਲੋਕ ਜੀ। ਉਹ ਜਿਹੜੇ ਕਬਜ਼ਾ ਕਰੂ ਲੋਕ ਆ, ਜਿਹੜੇ ਅਰਥ ਵਿਵਸਥਾ 'ਚ ਧਾੜਵੀ ਮੈਂ ਕਹੂੰਗਾ, ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਧਰਤੀ, ਪਾਣੀ ਅਤੇ ਜਲ ਨਾਲ ਕੀ ਹੋ ਰਿਹਾ, ਸਾਡੇ ਨਾਲ ਹਵਾ ਨਾਲ ਕੀ ਹੋ ਰਿਹਾ, ਉਹਨਾਂ ਦਾ ਕੋਈ, ਉਹਨਾਂ ਨੂੰ ਸਿਰਫ ਅਤੇ ਸਿਰਫ ਪ੍ਰੋਫਿਟ। ਜਦ ਤੱਕ ਇਹ ਵਿਰੋਧਾਭਾਸ ਅਸੀਂ ਖਤਮ ਨਹੀਂ ਕਰਦੇ, ਇਹ ਸਮਾਜ ਜਿਹੜੀਆਂ ਚੀਜ਼ਾਂ ਬਣਾਉਂਦਾ, ਸਮਾਜ ਹੀ ਉਸ ਨੂੰ ਰੈਗੂਲੇਟ ਕਰੇ,
ਸਮਾਜ ਹੀ ਉਸ ਦਾ ਮਾਲਕ ਹੋਏ ਤੇ ਸਮਾਜ ਹੀ ਉਸ ਦੀਆਂ ਚੰਗਿਆਈਆਂ ਬੁਰਾਈਆਂ ਦਾ ਜ਼ਿੰਮੇਵਾਰ ਹੋਵੇ। ਜਦ ਤੱਕ ਇਹ ਜਿਹੜੀ ਵਿਰੋਧਤਾ ਆ ਕਿ ਕੰਮ ਕਰਨ ਉਹ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰੇਸ਼ ਹੈ, ਇਹ ਉਸ ਕਹਾਵਤ ਆ ਵੀ ਖਾਂਦੀ ਪੀਂਦਾ ਤੇ ਕੋਈ ਹੋਰ ਜਾਂਦਾ ਆ, ਭੁਗਤ ਅਸੀਂ ਰਹੇ ਹਾਂ ਰੇਛ ਵਿਚਾਰਾ ਸਿੱਧਾ। ਉਸ ਕਹਾਵਤ ਮੁਤਾਬਕ ਇਹ ਕਨਫਲਿਕਟ ਦੂਰ ਹੋਣਾ ਪਊ। ਇਹ ਜਿਹੜੀ ਇੱਕ ਸੰਸਾਰ ਦੇ ਵਿੱਚ ਬਣਿਆ ਹੋਇਆ ਸਮੁੱਚੇ ਸੰਸਾਰ 'ਚ ਜਿੱਥੇ ਲੋਕਾਂ ਨੇ ਕਿਸੇ ਵੇਲੇ ਸੋਸ਼ਲਿਜ਼ਮ ਲਿਆ ਕੇ ਸਮਾਜਵਾਦ ਲਿਆ ਕੇ ਅਖੌਤੀ ਤੌਰ 'ਤੇ ਇਸ ਵਿਰੋਧਤਾ ਨੂੰ ਖਤਮ ਕਰਕੇ ਇੱਕ ਸੁਹਜ ਸਮਾਜ ਦਾ ਸੁਪਨਾ ਦਿੱਤਾ, ਉਹ ਵੀ ਉਹਦੇ 'ਚ ਹੀ ਗਰਕ ਗਏ ਜੀ। ਕਿਤੇ ਨਹੀਂ ਹੈ। ਕਦੀ ਕਦੀ ਸਾਨੂੰ ਲੱਗਦਾ ਵੀ ਸ਼ਾਇਦ ਜੇ ਗੁਰੂ ਨਾਨਕ ਦੇਵ ਜੀ ਦੀ ਜਾਂ ਕਬੀਰ ਜੀ ਦੀ ਗੱਲ ਨੂੰ ਵੇਲੇ ਸਿਰ ਮੰਨਦੇ ਜਾਂ ਅੱਜ ਵੀ ਮੰਨ ਲਈਏ, ਜੇ ਕਿਹੜਾ ਵਾ ਅਜੇ ਵੀ ਸੰਸਾਰ ਹੈਗਾ, ਅਜੇ ਵੀ ਪੰਜਾਬ ਵੱਸਦਾ, ਅਜੇ ਵੀ ਸਿੱਖੀ ਰੌ ਰੀਤਾਂ ਸਮਾਜ ਹੈਗਾ, ਜੇ ਉਹਨੂੰ ਮੰਨ ਲਈਏ ਉਹ ਕੀ ਹੈ ਫਲਸਫਾ? ਉਹ ਇਹੀ ਹੈ ਬਰੋਡਲੀ ਤੇ ਇਹੀ ਹੈ ਜਿਹੜਾ ਮੈਂ ਹੁਣੇ ਦੱਸ ਕੇ ਹਟਿਆ। ਉਹਦੇ ਨਾਲ ਇੱਕ ਗੱਲ ਹੋ ਰਿਹਾ, ਉਹ ਇਹ ਹੈ ਕਿ ਜਿਹੜੀ ਧਰਤੀ ਚੱਲਦੀ ਹੈ ਉਹ ਆਪਣੇ ਇੱਕ ਸਿਸਟਮ 'ਚ ਰਹਿ ਕੇ ਆਟੋ ਮੋਡ 'ਤੇ ਚੱਲ ਰਹੀ ਹੈ ਜੀ। ਉਹ ਕਹਿ ਲਓ ਕਿ ਕੋਈ ਸ਼ਕਤੀ ਚਲਾ ਰਹੀ, ਉਹ ਸ਼ਕਤੀ ਹੈ, ਉਹਨੂੰ ਰੱਬ ਕਹਿ ਲਓ ਜਾਂ ਇੰਜ ਕਹਿ ਲਓ ਕਿ ਉਹ ਸ਼ਕਤੀਆਂ ਇਹੋ ਜਿਹੀਆਂ ਮਿਲ ਕੇ ਇੱਕ ਸ਼ਕਤੀ ਪੈਦਾ ਕਰਦੀਆਂ ਕਿ ਉਸ ਨੂੰ ਚੱਲ, ਜਿਵੇਂ ਮੇਰਾ ਸਰੀਰ ਆ ਜੀ, ਮੇਰਾ ਸਰੀਰ ਇੱਕ ਅੰਦਰ ਹੀ ਇੱਕ ਸ਼ਕਤੀ ਪੈਦਾ ਕਰਦਾ, ਉਹਦੇ ਲਈ ਮੈਨੂੰ ਖਾਣਾ ਖਾਣਾ ਪੈਂਦਾ, ਸਾਹ ਲੈਣਾ ਪੈਂਦਾ, ਪਾਣੀ ਪੀਣਾ ਪੈਂਦਾ, ਦਵਾਈ ਠਮਾਈ, ਪਰ ਉਹ ਆਟੋ ਮੋਡ 'ਤੇ ਚੱਲਦਾ ਰਹਿੰਦਾ। ਮੈਂ ਗਿਣ ਕੇ ਸਾਹ ਨਹੀਂ ਲੈਂਦਾ, ਆਪਣੀ ਹਰ ਵਾਰੀ ਪੰਪ ਨਹੀਂ ਮਾਰਦਾ ਦਿਲ ਦਾ ਜੀ ਕਿ ਫੇਰ ਹੀ ਮੈਨੂੰ ਮੇਰਾ ਖੂਨ ਦਾ ਸਰਕੂਲੇਸ਼ਨ। ਇਹ ਧਰਤੀ ਬ੍ਰਹਿਮੰਡ ਇੰਜ ਚੱਲ ਰਿਹਾ, ਠੀਕ। ਇਹ ਜਦੋਂ ਚੱਲ ਰਿਹਾ ਤੇ ਉਸ ਨੂੰ ਫਿਰ ਆਪਾਂ ਖਰਾਬ ਨਾ ਕਰੀਏ, ਉਹਦੇ ਮਿੱਤਰ ਬਣੀਏ, ਉਹਦੇ ਨਾਲ ਉਹਦੇ ਹਿੱਸੇਦਾਰ ਬਣੀਏ ਔਰ ਉਹਦੇ ਚੌਕੀਦਾਰ ਵੀ ਬਣੀਏ, ਸੇਵਕ ਵੀ ਬਣੀਏ। ਅਸੀਂ ਉਹਨਾਂ ਰੱਬ ਸਾਨੂੰ ਦਿੰਦਾ, ਜੇ ਮੋਟੀ ਗੱਲ ਹੈ ਬਸ ਉਸੇ ਤਰ੍ਹਾਂ ਸਾਰੀ ਨੇਚਰ ਦਾ ਸਮਝ ਲਓ। ਜਿਹੜੀ ਗਾਂ ਨੂੰ ਦੁੱਧ ਤੁਸੀਂ ਪੀਣਾ, ਪੱਠੇ ਤੇ ਪਾਉਣੇ ਪੈਣਗੇ ਜੀ, ਪਾਣੀ ਵੀ ਪਿਆਉਣਾ ਪਊ ਜੀ ਹੈ ਨਾ। ਇਸ ਤਰ੍ਹਾਂ ਜਿਹੜੇ ਫਲ ਦਾ ਫਲ ਖਾਣਾ, ਜਿਹੜੇ ਦਰਖਤ ਦਾ ਫਲ ਖਾਣਾ, ਉਹਨੂੰ 5-4 ਸਾਲ ਸਾਨੂੰ ਪਹਿਲਾਂ ਸੇਵਾ ਵੀ ਕਰਨੀ ਪਊ ਮਾਲੀ ਵਾਂਗੂ। ਇਹ ਧਰਤੀ ਸਾਰੀ ਇੰਜ ਆ, ਇਹ ਸਾਰਾ ਇਸ ਦੇ ਵਿੱਚ ਇੱਕ ਦੋਸਤੀ ਪੈਦਾ ਕਰਨੀ। ਹੁਣ ਕੀ ਆ, ਵੱਢ ਲਿਓ ਲੱਕੜਾਂ, ਢਾਹ ਦਿਓ, ਬਣਾ ਲਿਓ ਸੜਕਾਂ, ਦਰਿਆ ਸਾਰੇ ਦੇਸ਼ ਦੇ ਇਕੱਠੇ ਕਰ ਦਿਓ, ਲੈ ਉਹ ਹੜ੍ਹ, ਕਿੱਡੀਆਂ ਬੇਵਕੂਫੀ ਦੀਆਂ ਗੱਲਾਂ। ਇਸ ਕਹਿੰਦਾ ਨਾ ਮੋਦੀ ਵਾਰ ਕਿ ਸਾਰੇ ਦਰਿਆ ਇਕੱਠੇ ਕਰ ਦਿਓ, ਇੰਝ ਹੋ ਜਾਓ, ਹਰ ਚੀਜ਼ ਨੂੰ ਇਕੱਠੇ ਕਰ ਲਓ, ਇਕੱਠੇ ਕਰ ਲਓ। ਇਹ ਖਿਲਵਾੜ ਆ। ਮੈਂ ਕਹਿਣ ਦਾ ਕਿ ਜੇ ਬਸ ਮੈਂ ਗੱਲ ਕਨਕਲੂਡ ਕਰਦਾ ਕਿ ਜੇ ਅਸੀਂ ਜਿਸ ਤਰ੍ਹਾਂ ਸਾਨੂੰ ਰੱਬ ਨੇ ਇੱਕ ਕੁਦਰਤ ਦੇ ਹਿੱਸੇ ਦੇ ਵਜੋਂ ਮਾਨਤਾ ਦਿੱਤੀ ਹੋਈ ਆ, ਉਸ 'ਤੇ ਮਾਣ ਮਹਿਸੂਸ ਕਰਦੇ ਹੋਏ ਅਸੀਂ ਇਸ ਧਰਤੀ ਦੀ ਸੁਹਿਰਦਤਾ ਨੂੰ ਬਚਾ ਸਕਦੇ ਹਾਂ। ਔਰ ਦੂਸਰੀ ਗੱਲ ਜਿਹੜੀ ਆਜ਼ਾਦੀ ਜਿੱਥੋਂ ਸ਼ੁਰੂ ਕੀਤੀ, ਉਹ ਮੁੱਦਾ ਨਾ ਭੁੱਲੀਏ ਅਸੀਂ, ਉਹ ਆਜ਼ਾਦ ਅਸੀਂ ਤਾਂ ਹੀ ਹਾਂ ਜੇ ਅਸੀਂ ਆਪਣੇ ਆਪ ਨੂੰ ਜੇ ਕੁਦਰਤ ਦੇ ਗੁਲਾਮ ਸਮਝਾਂਗੇ ਜੀ, ਉਹਦੇ 'ਚ ਆਜ਼ਾਦੀ ਹੈ। ਜੇ ਮੈਂ ਕਹੂੰਗਾ ਵੀ ਕੁਦਰਤ ਦੇ ਇਹ ਕੀ ਹੁੰਦੀ ਆ, ਮੈਂ ਤਾਂ ਸਾਰੇ ਜੰਗਲ ਆ, ਮੈਨੂੰ ਤਾਂ ਲੱਕੜੀ ਚਾਹੀਦੀ ਆ, ਫਿਰ ਕੀ ਆ, ਫਿਰ ਉਹ ਜੋ ਅੱਗਿਓਂ ਬੈਕਲੈਸ਼ ਕਰੂ, ਜੋ ਅਮਰੀਕਾ 'ਚ ਹੋ ਰਿਹਾ, ਜੋ ਅਫਰੀਕਾ 'ਚ ਤਾਂ ਨਹੀਂ ਅਜੇ ਉਹਨਾਂ ਹੋ ਰਿਹਾ ਕਿਉਂਕਿ ਉੱਥੇ ਇੰਨੇ ਜੰਗਲ ਨਹੀਂ ਵੱਡੇ, ਵੱਢ ਦੇਣਗੇ ਉੱਥੇ ਵੀ। ਲੈਟਨ ਅਮਰੀਕਾ 'ਚ ਵੀ ਬੁਰਾ ਹਾਲ ਹੋਣ ਲੱਗ ਪਿਆ, ਬਹੁਤ ਸਾਰੇ ਐਮਾਜ਼ਨ ਰਿਵਰ, ਉੱਥੇ ਜਿਹੜਾ ਰਿਵਰ ਉਹਦੇ ਉਸ ਜੰਗਲਾਂ 'ਚੋਂ ਬਹੁਤ ਸਾਰੇ ਦਰਖਤ ਕੱਟ ਕੇ ਅਮਰੀਕਾ ਲੈ ਗਿਆ। ਇਹ ਖਿਲਵਾੜ ਨਾ ਕਰੀਏ। ਆਦਮੀ ਨੂੰ ਰਹੀ ਗੱਲ ਜਿਹੜੀ ਮੈਂ ਉੱਥੋਂ ਕਨਕਲੂਡ ਕਰਦਾ, ਤੁਸੀਂ ਗੱਲ ਕਰਿਓ, ਰਹੀ ਗੱਲ 75 ਜਿਹੜੇ ਅੰਮ੍ਰਿਤ ਆਜ਼ਾਦੀ ਦਾ 75 ਅੰਮ੍ਰਿਤ ਮਹਾ ਉਤਸਵ ਜਾਂ ਜੋ ਵੀ ਅਸੀਂ ਮਨਾ ਰਹੇ ਹਾਂ, ਉਹ ਉਹਨਾਂ ਲੋਕਾਂ ਲਈ ਆਜ਼ਾਦੀ ਹੈ ਜਿਹੜੇ ਲੁੱਡੀਆਂ ਪਾਉਂਦੇ ਫਿਰਦੇ ਆ, ਜਿਹੜੇ ਸਾਡੇ 'ਤੇ ਰਾਜ ਕਰਦੇ ਆ, ਜਿਹੜੇ ਸਾਰੀ ਗੱਲ ਦੀ ਗੁੱਡੀ ਕਮਾਈ ਫਿਰਦੇ ਆ, ਅਤੇ ਜਿਹੜੇ ਦੇਸ਼ ਦੀ ਤਬਾਹੀ ਕਰ ਰਹੇ, ਜਿਹੜੇ ਤਬਾਹ ਹੋ ਰਹੇ ਆ ਹਰ ਪੱਖ ਤੋਂ। ਉਹਨਾਂ ਦੀ ਗੁਰਬਤ ਵਧੀ ਆ, ਉਹਨਾਂ 'ਚ ਅਨਪੜ੍ਹਤਾ ਫੈਲੀ ਹੋਈ ਆ, 25% ਦੇ ਕਰੀਬ ਅਜੇ ਵੀ ਲੋਕ ਊੜਾ ਹੈੜਾ ਨਾ ਜਾਣਨ 75 ਸਾਲਾਂ ਬਾਅਦ। ਤੁਸੀਂ ਇਹਨੂੰ ਆਜ਼ਾਦੀ ਕਹੋਗੇ? ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ ਕਿ ਮੇਰਾ ਖਿਆਲ ਪਿਛਲੇ 50 ਸਾਲਾਂ 'ਚ ਇੰਨੀ ਕਦੀ ਬੇਰੁਜ਼ਗਾਰੀ ਦਾ ਰੇਟ ਨਹੀਂ ਸੀ। ਮੁਦਰਾ ਦਾ ਫਲਾ ਜਿਹਨੂੰ ਇਨਫਲੇਸ਼ਨ ਕਹਿੰਦੇ ਆ, ਉਹ ਇੰਨਾ ਕਿ ਤੁਸੀਂ 80 $1 ਦੇ 80 ਤੋਂ ਵੀ ਉੱਪਰ ਕਰਤਾ। ਸਾਡੇ ਹੁੰਦਿਆਂ 14 ਰੁਪਏ ਹੁੰਦਾ ਸੀਗਾ, ਰੂਬਲ ਵੀ ਇੰਨਾ ਕੀ ਸੀਗਾ, ਰੂਬਲ ਵੀ ਥੱਲੇ ਗਿਆ। ਚਲੋ ਸਾਡਾ ਅਸੀਂ ਕਿੱਥੇ ਨੂੰ ਜਾਣਾ ਚਾਹੁੰਦੇ ਹਾਂ। ਇਸ ਲਈ ਜੇ ਸਾਡੇ ਰੁਪਈਏ ਕਾਗਜ਼ ਬਣੀ ਜਾਂਦੇ ਆ, ਆਮ ਬੰਦੇ ਨੂੰ ਉਹਦੇ ਲਈ ਕਾਗਜ਼ ਰੁਪਈਏ ਦੀ ਕੁਝ ਮਿਲਦਾ ਨਹੀਂ ਜਾ ਕੇ।
ਬੜਾ ਔਖਾ ਹੋ ਗਿਆ ਜੀਵਨ ਚਾਰੇ ਪਾਸਿਓਂ। ਸਿਹਤ ਦਾ ਵੀ ਇਸੇ ਤਰ੍ਹਾਂ ਹੀ ਤੁਸੀਂ ਦੇਖ ਲਓ। ਜੀ ਆ ਹੁਣ ਇੱਕ ਨਵਾਂ ਪਖੰਡ ਇੱਥੇ ਚੱਲ ਪਿਆ ਸਾਡੇ। ਲਓ ਜੀ ਕੀ ਮਹੱਲਾ ਕਲੀਨਿਕ, ਹਾਂਜੀ ਹਾਂਜੀ ਅੱਜ ਉੱਥੇ ਐਸੋਸੀਏਸ਼ਨ ਵਾਲਿਆਂ ਦਾ, ਡਾਕਟਰਾਂ ਦਾ, ਸਾਰਿਆਂ ਦੇ ਬਿਆਨ ਆਏ, ਤੁਸੀਂ ਪੜ੍ਹ ਲਏ ਹੋਣੇ ਆ। ਉਹਨਾਂ ਨੇ ਕਿਹਾ ਓਏ ਆ ਜਿਹੜਾ ਮਿਨਿਸਟਰ ਸਾਡੇ ਹੈਗੇ ਆ, ਉਹਨੂੰ ਗੁੱਸੇ 'ਚ ਕਿਹਾ ਉਹਨਾਂ ਨੇ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ। ਐਸੋਸੀਏਸ਼ਨ NGO ਅਲੱਗ-ਅਲੱਗ ਉਹਨਾਂ ਦੀਆਂ ਸਾਰੇ ਡਾਕਟਰਾਂ ਵੱਲੋਂ ਇਹ ਆਵਾਜ਼ ਆਈ ਆ ਕਿ ਜਾਂ ਤਾਂ ਚੇਤਨ ਸਿੰਘ ਜੌੜੇ ਮਾਜਰਾ ਮਾਫੀ ਮੰਗਣ ਕਿਹਦੇ ਕੋਲੋਂ, ਜਿਨ੍ਹਾਂ ਦੀ ਬੇਇੱਜ਼ਤੀ ਕੀਤੀ, VC ਰਾਜ ਬਹਾਦਰ, ਹਾਂ ਰਾਜ ਬਹਾਦਰ ਜਿਹੜੇ VC ਸੀਗੇ, ਉਹਨਾਂ ਤੋਂ ਮਾਫੀ ਮੰਗਣ, ਨਹੀਂ ਤੇ ਆਪਣਾ ਰਿਜ਼ਾਈਨ ਦੇ ਕੇ ਪਰਾਂ ਕਰੋ। ਅਸੀਂ ਨਹੀਂ ਤੇ ਲੱਗੇ 15 ਤਰੀਕ ਤੋਂ ਬਾਅਦ ਤੁਹਾਡੀ ਖਾਟ ਖੜੀ ਕਰ। ਠੀਕ ਨਾਲ ਉਹਨਾਂ ਨੇ ਜਿਹੜਾ ਖਾਸ ਬਿਆਨ ਦਿੱਤਾ ਕਿ ਤੁਹਾਡੇ ਕੋਲ 5000 ਦੇ ਕਰੀਬ ਛੋਟੇ ਵੱਡੇ ਸਿਹਤ ਕੇਂਦਰ ਹੈਗੇ ਆ, ਕੋਈ ਹਸਪਤਾਲ ਆ, ਕੁਝ ਪ੍ਰਾਇਮਰੀ ਹੈਲਥ ਸੈਂਟਰ ਆ, ਕੁਝ ਹੋਰ ਆ, ਡਿਸਪੈਂਸਰੀਆਂ। ਠੀਕ ਹੈ ਨਾ, ਵਿੱਚ ਡਾਕਟਰ 2 ਘੰਟੇ ਲਈ ਆਉਂਦੇ ਨੇ। ਮੈਂ ਕਹਿੰਦਾ ਕਈਆਂ 'ਚ ਤੇ ਤੂੜੀ ਪਾਈ ਹੋਈ ਆ, ਮੇਰੇ ਅੱਖਾਂ ਵੇਖਿਆ ਅਸੀਂ ਸਰ ਫੀਲਡ ਵਿੱਚ ਜਾਂਦੇ ਰਹਿੰਦੇ ਆ। ਕਈਆਂ 'ਚ ਡੰਗਰ ਬੱਧੇ, ਕਈਆਂ 'ਚ ਉੱਲੂ ਬੈਠੇ ਹੋਏ ਆ, ਕਿਉਂਕਿ ਕੋਈ ਗਿਆ ਹੀ ਨਹੀਂ ਬੜੀ ਦੇਰ ਤੱਕ ਉੱਥੇ। ਇਹ ਸਾਰੀ ਹਾਲਤ ਜਿਹੜੀ ਹੈ, ਉਹ ਕਹਿੰਦੇ ਤੁਸੀਂ ਪਖੰਡ ਕਿਉਂ ਕਰਦੇ? 18 20 ਲੱਖ ਤੁਸੀਂ ਲਿਪਾ ਪੋਤੀ ਤੇ ਬਣੀ ਬਿਲਡਿੰਗ ਤੇ ਲਾਤਾ, ਇਹਦੀ ਇਨਕੁਆਇਰੀ ਕਰੋ, ਇਹ ਵੱਡਾ ਸਕੈਮ ਹੈ। ਉਹਨਾਂ ਨੇ ਦੋਸ਼ ਲਾਏ ਆ ਵੀ ਇਹ ਵੱਡਾ ਸਕੈਮ ਆ, ਕਿ ਜਿਹੜਾ ਆਉਂਦਾ ਉਹ ਪਹਿਲਾਂ ਹੀ ਨਾਲੋਂ 2 ਰੱਤੀਆਂ ਵੱਧ ਹੀ ਆਉਂਦਾ। ਕਿੰਨੇ ਚਾਵਾਂ ਨਾਲ 42% ਵੋਟਾਂ ਪਾ ਕੇ 92 ਬੰਦੇ ਲੈ ਕੇ ਆਏ ਆ। ਲੋਕਾਂ ਦੀ ਰਾਏ ਨਾ ਆਏ ਆ। ਲੋਕ ਚਾਹੁੰਦੇ ਸੀ ਪੁਰਾਣਿਆਂ ਨੂੰ ਰਿਜੈਕਟ ਕਰਨਾ, ਟੋਟਲ ਰਿਜੈਕਟ, ਬੜੀਆਂ ਤੋਪਾਂ ਥੱਲੇ ਸੁੱਟਤੀਆਂ। ਲੋਕਾਂ ਦੀ ਦੇਖੋ ਤੇ ਕਿੰਨੀ ਜ਼ਿਆਦਾ ਇੱਕ ਹਿੰਮਤ ਦੀ ਗੱਲ ਮੈਂ ਤੇ ਦੱਸ ਦਿੰਦਾ। ਪਰ ਜੇ ਤੁਸੀਂ ਉਹਨਾਂ ਲੋਕਾਂ ਨੂੰ ਨਿਰਾਸ਼ ਕਰੋਗੇ, ਫਿਰ ਉਹ ਤੁਹਾਡੇ ਆਜ਼ਾਦੀ ਦੇ ਝੰਡੇ ਲਾ ਲਾ ਕੇ ਭੰਗੜੇ ਪਾਉਂਦੇ ਫਿਰਨਗੇ। ਜ਼ਬਰਦਸਤੀ ਕਿਸੇ ਨੂੰ ਲਵਾਉਣੇ ਆ ਤੇ ਲਵਾ ਦਿਓ, ਪਰ ਇਹ ਤਿਰੰਗੇ ਝੰਡੇ ਜਿਹੜੇ ਤੁਹਾਡੇ ਕੋਲ ਆਪਣੇ ਦੇਸ਼ 'ਚ ਸਾਰੀਆਂ ਫੈਕਟਰੀਆਂ ਲਾਉਣ ਦੇ ਬਾਵਜੂਦ ਵੀ ਪੂਰੇ ਨਹੀਂ ਹੋਏ, ਜਿਹੜੀਆਂ ਝੰਡੇ ਬਣਾਉਂਦੀਆਂ ਫੈਕਟਰੀਆਂ, ਪੂਰਾ ਕੰਮ ਦੇਣ ਦੇ ਬਾਵਜੂਦ ਵੀ ਪੂਰੇ ਨੇ। ਬੰਗਲਾਦੇਸ਼ ਤੋਂ ਪਤਾ ਨਹੀਂ ਕਿੱਥੋਂ ਜਹਾਜ਼ ਭਰ ਕੇ, ਸਮੁੰਦਰੀ ਜਹਾਜ਼ ਇੰਪੋਰਟ ਕਰਨੇ ਪਏ ਆ ਕਿ ਸਾਨੂੰ ਇੰਨੇ ਝੰਡੇ ਹੋਰ ਚਾਹੀਦੇ ਆ। ਇੰਜ ਮੇਰਾ ਵੀਰ ਢੀਂਡਸਾ ਜੀ, ਦੇਸ਼ ਭਗਤੀ ਨਹੀਂ ਆਉਣੀ, ਦੇਸ਼ ਭਗਤੀ ਤੇ ਲੋਕਾਂ ਦੀ ਬਾਤ ਪੁੱਛੋ। ਘਰਾਂ ਉੱਤੇ ਝੰਡੇ ਲਾਉਣ ਦੀ ਗੱਲ ਆ ਜਿਹੜੀ ਆਖੀ ਗਈ ਆ, ਕਰੋੜਾਂ ਅਰਬਾਂ ਰੁਪਏ ਝੰਡਿਆਂ ਤੇ ਲਗਾਏ ਜਾਣਗੇ। ਪਰ ਆਪਾਂ ਹੈਲਥ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਘਰ ਬਿਮਾਰੀਆਂ ਨੇ ਜਿਹੜੀਆਂ ਉਹ ਫੈਲ ਰਹੀਆਂ ਨੇ। ਕਰੋਨਾ ਕਾਲ 'ਚ ਦੇਖਿਆ ਕਿ ਲਾਸ਼ਾਂ ਦਾ ਸੰਸਕਾਰ ਕਰਨ ਨੂੰ ਜਗ੍ਹਾ ਨਹੀਂ ਸੀ। ਉੱਤਰ ਪ੍ਰਦੇਸ਼ ਦੇ ਵਿੱਚ ਗੰਗਾ ਨਦੀ ਦੇ ਵਿੱਚ ਮ੍ਰਿਤਕ ਦੇਹਾਂ ਨੇ ਜਿਹੜੀਆਂ ਉਹ ਸੁੱਟੀਆਂ ਗਈਆਂ ਜਾਂ ਕਿਨਾਰਿਆਂ 'ਤੇ ਦੱਬੀਆਂ ਗਈਆਂ। ਵੱਧ ਦੇ ਵਿੱਚ ਉਹ ਪਾਣੀ ਅਤੇ ਹਵਾ ਨਾਲ ਉਹਨਾਂ ਉੱਤੋਂ ਰੇਤ ਆ ਜਿਹੜਾ ਉਹ ਖਿਸਕ ਜਾਂਦਾ ਏ। ਆਪਾਂ ਅਕਸਰ ਹੀ ਅਖਬਾਰ ਦੇ ਵਿੱਚ ਮਹੀਨੇ 2 ਮਹੀਨੇ ਵਿੱਚ ਕਈ ਖਬਰਾਂ ਅਜਿਹੀਆਂ ਹੁੰਦੀਆਂ ਨੇ ਕਿ ਸੜਕ ਉੱਤੇ ਹੀ ਔਰਤ ਵੱਲੋਂ ਡਿਲੀਵਰੀ ਆ ਜਿਹੜੀ ਉਹ ਕੀਤੀ ਗਈ, ਕਿਉਂਕਿ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਨਹੀਂ ਕੀਤਾ ਗਿਆ ਜਾਂ ਉਹਨਾਂ ਕੋਲ ਹਸਪਤਾਲ ਵਿੱਚ ਇਲਾਜ ਲਈ ਪੈਸੇ ਨਹੀਂ ਸਨ। ਲੋਕ ਸੜਕਾਂ 'ਤੇ ਤੜਫਦੇ ਮਰ ਜਾਂਦੇ ਨੇ, ਐਂਬੂਲੈਂਸ ਨਹੀਂ ਆਉਂਦੀ। ਐਂਬੂਲੈਂਸ ਆਉਂਦੀ, ਅਗਰ ਕੋਈ ਮ੍ਰਿਤਕ ਦੇਹ ਪਈ ਹੁੰਦੀ ਹੈ ਤਾਂ ਐਂਬੂਲੈਂਸ ਵਾਲੇ ਚੱਕਣ ਤੋਂ ਮਨਾ ਕਰ ਜਾਂਦੇ ਨੇ। ਤਾਂ ਹੈਲਥ ਸਿਸਟਮ 'ਤੇ ਵੱਡੇ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ। ਹੁਣ ਇੱਕ ਐਂਬੂਲੈਂਸ ਫੜੀ, ਉਹਦੇ 'ਚ 9 ਕਿਲੋ ਫੀਮ ਨਿਕਲੀ ਆ। ਹਾਲਤ ਇਹ ਆ ਤੁਹਾਡੀ, ਜਾਣੀ ਤੁਸੀਂ ਸਿਹਤ ਲਈ ਉਹ ਟੂੰ ਕਰਦੇ ਆਉਂਦੇ, ਸਾਰੀਆਂ ਗੱਡੀਆਂ ਪਰਾਂ ਹੋ ਜਾਂਦੀਆਂ ਵੀ ਪਤਾ ਨਹੀਂ ਕਿੱਡੀ ਕੁ ਐਮਰਜੈਂਸੀ ਪਿੱਛੇ ਪੇਸ਼ੈਂਟ ਆ ਰਿਹਾ, ਤੇ ਪੇਸ਼ੈਂਟ ਜਿਹੜਾ ਵਿੱਚ ਪਾਇਆ ਹੁੰਦਾ ਸੀ ਉਹ ਫੀਮ ਖਾ ਕੇ ਪਿਆ ਹੁੰਦਾ ਸੀਗਾ। ਉਹਨੇ ਸਰਾਣਾ ਲਿਆ ਹੁੰਦਾ ਸੀ ਫੀਮ ਦਾ, 9 ਕਿਲੋ ਨਿਕਲੀ ਉਹਦੇ ਸਰਾਣੇ 'ਚੋਂ। ਇਹ ਤੇ ਮਤਲਬ ਸਾਡਾ ਦੇਸ਼ ਪਤਾ ਨਹੀਂ ਇਹ ਕਿਸ ਤਰ੍ਹਾਂ ਚੱਲਦਾ ਕੀ ਹੈ। ਤੁਸੀਂ ਲਾਸ਼ਾਂ ਦੀ ਗੱਲ ਕੀਤੀ, ਸਾਰੀ ਦੁਨੀਆ ਦੇ ਜਿਹੜੇ ਕੁਝ ਵੀ ਮਨਵਾਦੀ ਲੋਕ ਹੋਣਗੇ ਉਹਨਾਂ ਦੀਆਂ ਦੇਖ ਕੇ ਅੱਖਾਂ 'ਚ ਅੱਥਰੂ ਆਏ ਹੋਣਗੇ, ਤੇ ਉਹਨਾਂ ਨੇ ਪਿਟੀ ਕੀਤਾ ਹੋਊਗਾ, ਤਰਸ ਕੀਤਾ ਹੋਊਗਾ ਸਾਡੇ ਦੇਸ਼ ਦੇ ਰਾਜਨੀਤਿਕ ਲੋਕਾਂ 'ਤੇ ਔਰ ਸਾਡੇ ਸਿਹਤ ਦੇ ਸਿਸਟਮ 'ਤੇ। ਪਰ ਕਿਸੇ ਨੂੰ ਸ਼ਰਮ ਹੈ? ਇਹ ਇੰਨੇ ਜ਼ਿਆਦਾ ਇਹਨਾਂ ਦਾ ਮਨ ਕ੍ਰਿਮੀਨਲ ਮਾਈਂਡ ਹੋ ਚੁੱਕਾ। ਜਿਸ ਤਰ੍ਹਾਂ ਹੁਣ ਇੱਕ ਗੈਂਗਸਟਰ ਆ, ਜਦੋਂ ਕਿਸੇ ਨੂੰ ਬੰਦੇ ਨੂੰ ਮਾਰਦਾ ਪਹਿਲਾਂ ਪੁੱਛਦਾ ਵੀ ਤੈਨੂੰ ਮਾਰਾਂਗੇ ਨਾ ਜੀ, ਮਾਰ ਕੇ ਫਿਰ ਉਹ ਉਸੇ ਵੇਲੇ ਸੋਸ਼ਲ ਸਾਈਟ ਤੇ ਪਾਉਂਦਾ ਕਿ ਮੈਂ ਮਾਰਿਆ, ਕਿਤੇ ਲੇਟ ਨਾ ਹੋ ਜੇ, ਲੋਕਾਂ ਨੂੰ ਪਤਾ ਲੱਗਣ। ਸ਼ਰੇਆਮ ਜ਼ਿੰਮੇਵਾਰੀ ਲੈਂਦੀ, ਕਿਉਂਕਿ ਉਹਦੇ ਨੰਬਰ ਬਣਦੇ ਇਸ ਗੱਲ ਤੇ, ਤਾਂ ਕਿ ਕੱਲ੍ਹ ਨੂੰ ਜਦੋਂ ਉਹਨੇ ਹੋਰ ਫਰੌਤੀ ਲੈਣੀ ਫੋਨ ਕਰਕੇ ਤੇ ਲੋਕਾਂ ਨੂੰ ਇਹ ਪਤਾ ਲੱਗੇ ਵੀ ਇਹ ਬੜਾ ਖੂੰਖਾਰ ਬੰਦਾ ਆ, ਇਹਨੇ ਉਹ ਫਲਾਣੇ ਮਰਡਰ ਕੀਤੇ ਸੀ। ਸਾਡੇ ਕਿ ਰਾਜਨੀਤਿਕ ਲੋਕਾਂ ਦਾ ਵੀ ਹਾਲਤ ਕੁਝ ਇਹੋ ਜਿਹੀ। ਜਿੰਨਾ ਜ਼ਿਆਦਾ ਕੋਈ ਡਰਾਉਂਦਾ, ਜਿੰਨਾ ਜ਼ਿਆਦਾ ਕੋਈ ਆਪਣਾ ਖੂੰਖਾਰੀ ਚਿਹਰਾ ਦਿਖਾਉਂਦਾ, ਓਨਾ ਹੀ ਲੱਗਦਾ ਕਿ ਲੋਕ ਉਹਦੇ ਤੋਂ ਡਰ ਕੇ ਪਰਾਂ ਹੁੰਦੇ ਆ, ਓਨਾ ਹੀ ਉਹ ਦੰਦਨਾਉਂਦਾ ਫਿਰਦਾ, ਤੇ ਓਨੀ ਹੀ ਲੋਕਾਂ ਪ੍ਰਤੀ ਉਹਦੀ ਜਵਾਬਦੇਹੀ ਤੇ ਪ੍ਰਤੀਬੱਧਤਾ
ਤੇ ਜਿਹਨੂੰ ਕਹੋ ਕਿ ਕੁਛ ਸੰਵੇਦਨਸ਼ੀਲਤਾ ਕਿ ਲੋਕ ਕੀ ਕਰ ਰਹੇ ਆ, ਉਹਨਾਂ ਦਾ ਦਰਦ ਆ, ਲੋਕ ਦੁਖੀ ਆ, ਲੋਕ ਕਰਲਾ ਰਹੇ ਆ, ਗਰੀਬੀ 'ਚ ਪਿਸ ਰਹੇ ਆ, ਉਹ ਉਹਨਾਂ ਹੀ ਉਹਦੇ ਤੋਂ ਅੱਖਾਂ ਮੁੰਦ ਲੈਂਦਾ, ਕਿਉਂਕਿ ਉਹਨੂੰ ਲੈਣਾ ਦੇਣਾ ਕੁਛ, ਉਹਨੂੰ ਸਿਰਫ ਤੇ ਸਿਰਫ ਆਪਣੀ ਸੱਤਾ ਤੇ ਪੈਸਾ, ਤੇ ਪੈਸੇ ਨਾਲ ਫਿਰ ਸੱਤਾ, ਤੇ ਮੰਡੀ ਲੱਗੀ ਹੋਈ ਆ, ਕੁਝ ਭੇਡਾਂ ਖਰੀਦ ਲੈਣੀਆਂ MLA MP, ਕੁਝ ਵੇਚ ਦੇਣੇ, ਕੁਝ ਜੇ ਕੁਝ ਉਹ, ਡਰਾਮੇਬਾਜ਼ੀ। ਆ ਪਿਛਲਾ ਰਾਸ਼ਟਰਪਤੀ ਕੋਵਿੰਦ ਇਹ ਦਲਿਤ ਸੀ ਜੀ, ਤੇ ਸਾਰੇ ਦਲਿਤਾਂ ਦਾ ਪਾਪ ਜਿਹੜੇ ਉਹਦਾ ਉਭਾਰ ਹੋ ਗਿਆ ਸਾਰਿਆਂ ਦਾ, ਉਹ ਹੁਣ ਗਰੀਬੀ ਰੇਖਾ ਤੋਂ ਉੱਪਰ ਉੱਠ ਕੇ ਸਾਰੇ ਦਲਿਤ, ਜਾਣੀ ਉਹਨਾਂ ਦਾ ਕਿੰਨਾ ਕੁ ਫਾਇਦਾ ਹੋ ਗਿਆ, ਕਿੰਨਾ ਕੁ ਉਹਨੇ ਉਹਨਾਂ ਨੂੰ ਰਾਜ ਮਹਿਲਾਂ 'ਚ ਵਸਾਤਾ ਦਲਿਤਾਂ ਨੂੰ, ਕਿਸੇ ਦਾ ਕੁਛ ਨਹੀਂ ਹੋਇਆ, ਥੱਲੇ ਗਏ ਥੱਲੇ। ਡਰਾਮੇ ਦੀ ਮੈਂ ਗੱਲ ਕਰ ਰਿਹਾ ਜੀ। ਕਿਹੋ ਜਿਹੇ ਖੇਖਣ ਕਰਦੇ ਆ, ਕਿਹੋ ਜਿਹੇ ਡਰਾਮੇ, ਕਿਹੋ ਜਿਹੀ ਅੱਖਾਂ 'ਚ ਧੂਲ ਪਾਉਂਦੇ ਸਾਡੇ ਰਾਜਨੀਤਿਕ ਲੋਕ। ਆ ਹੁਣ ਮੁਰਮੂ ਲੈਂਦੀ ਹੈ, ਆਦੀਵਾਸੀ ਆ ਜੀ, ਔਰਤ ਆ, ਮਹਿਲਾ, ਤੇ ਦੂਜੇ ਪਾਸੇ ਆ UP ਦੀ ਉਹ ਨਵਦੀਪ ਕੁੜੀ ਜਿਹੜੀ ਬਾਹਰ ਜਿਹਨੇ ਸੁਸਾਈਡ ਕੀਤਾ, ਸਾਰੀ ਦੁਨੀਆ 'ਚ ਤਹਿਲਕਾ ਮੱਚਿਆ ਪਿਆ, ਮਨਪ੍ਰੀਤ ਜਾਂ ਨਵਦੀਪ ਕੋਈ ਇਹੋ ਜਿਹਾ ਨਾਂ ਆ ਉਹਦਾ, ਜਿਹਨੇ ਸੁਸਾਈਡ ਕੀਤਾ ਹੁਣੇ, ਯੰਗ ਵਿਆਹੀ ਕੁੜੀ ਨੇ, 2 ਬੱਚੇ ਉਹਦੇ। ਕਿਆ ਸਾਡਾ ਇਹ ਆ ਜੀ, ਅਸੀਂ ਇਸ ਤਰੀਕੇ ਨਾਲ ਮਾਨਸਿਕਤਾ ਪੈਦਾ ਕੀਤੀ ਆਪਣੀ। ਮਹਿਲਾਵਾਂ ਦੀ ਗੱਲ ਚੱਲੀਏ, 75 ਸਾਲ ਹੋ ਗਏ ਪ੍ਰੋਫੈਸਰ ਸਾਹਿਬ, ਪਰ ਅਜੇ ਵੀ ਕੁੜੀਆਂ ਨੇ ਜਿਹੜੀਆਂ ਉਹ ਰਾਤ ਨੂੰ 7-8 ਵਜੇ ਤੋਂ ਬਾਅਦ ਘਰੋਂ ਨਹੀਂ ਬਾਹਰ ਨਿਕਲ ਸਕਦੀਆਂ। ਇੰਨਾ ਬੁਰਾ ਹਾਲ ਹੈ। ਰੇਪ ਦੇ ਕੇਸ ਨੇ ਜਿਹੜੇ ਉਹ ਵੱਧ ਰਹੇ ਨੇ, ਕੇਸ ਵੱਧਦੇ ਨੇ, ਪਰ ਕਿਸੇ ਨੂੰ ਵੀ ਕੋਈ ਮਿਸਾਲੀ ਸਜ਼ਾ ਮਿਲਦੀ ਕੋਈ ਵੀ ਦਿਖਾਈ ਨਹੀਂ ਦਿੰਦੀ। ਹੈਦਰਾਬਾਦ 'ਚ ਇੱਕ ਵਾਰ ਜ਼ਰੂਰ ਹੋਇਆ ਸੀ ਕਿ ਇੱਕ ਮਹਿਲਾ ਡਾਕਟਰ ਸੀ ਜਿਹੜੀ ਪਸ਼ੂਆਂ ਦੀ, ਉਸ ਦਾ ਗੈਂਗ ਰੇਪ ਕਰਕੇ ਉਸ ਨੂੰ ਅੱਗ ਲਗਾ ਦਿੱਤੀ ਸੀ, ਤਾਂ ਪੁਲਿਸ ਵੱਲੋਂ ਉਹ ਜਿਹੜੇ ਰੇਪ ਕਰਨ ਵਾਲੇ ਸੀ ਉਹਨਾਂ ਦਾ ਐਨਕਾਊਂਟਰ ਆ ਜਿਹੜਾ ਉਹ ਕਰ ਦਿੱਤਾ ਜਾਂਦਾ ਹੈ। ਤਾਂ ਅਜਿਹਾ ਹੋਰ ਕੋਈ ਮਾਮਲਾ ਫਿਲਹਾਲ ਦੇਖਣ ਨੂੰ ਨਹੀਂ ਮਿਲਿਆ। ਜਿਹੜਾ ਪੀੜਤ ਪਰਿਵਾਰ ਹੁੰਦੇ ਨੇ ਉਹ ਅਦਾਲਤਾਂ ਦੇ ਚੱਕਰ ਕੱਟ ਕੇ ਥੱਕ ਜਾਂਦੇ ਨੇ, ਉਹਨਾਂ ਕੋਲ ਪੈਸੇ ਨਹੀਂ ਬਚਦੇ ਕੇਸ ਲੜਨ ਲਈ, ਉਹ ਅੰਤ ਨੂੰ ਥੱਕ ਹਾਰ ਕੇ ਬਹਿ ਜਾਂਦੇ ਨੇ। ਪਰ ਸਿਸਟਮ ਨੇ ਕਿਸੇ ਨੂੰ ਵੀ ਅੱਜ ਤੱਕ ਕੋਈ ਮਿਸਾਲੀ ਸਜ਼ਾ ਨਹੀਂ ਦਿੱਤੀ। ਨਹੀਂ, ਤੁਸੀਂ ਮੈਨੂੰ ਤੁਹਾਡੀ ਗੱਲ 'ਚੋਂ ਇੰਝ ਲੱਗ ਰਿਹਾ ਕਿ ਜਿਵੇਂ ਤੁਸੀਂ ਉਹ ਹੈਦਰਾਬਾਦ ਵਾਲੇ ਐਨਕਾਊਂਟਰ ਨੂੰ, ਜਿਵੇਂ ਉੱਥੋਂ ਦੇ ਚੀਫ ਮਿਨਿਸਟਰ ਨੇ ਬੜਾ ਮਾਣ ਵਾਲੀ ਗੱਲ ਦੱਸੀ, ਤੁਸੀਂ ਵੀ ਸ਼ਾਇਦ ਇੰਝ ਮਹਿਸੂਸ ਕਰ ਰਹੇ। ਮੈਂ ਉਹਦੇ ਹੱਕ 'ਚ ਨਹੀਂ ਹੈਗਾ। ਇਹ ਤਾਂ ਗੱਲ ਠੀਕ ਹੈ ਕਿ ਕਿਤੇ ਵੀ ਰੇਪ ਕਰਨਾ, ਔਰਤ ਦਾ ਮਰਡਰ ਕਰਨਾ, ਜਾਂ ਔਰਤ ਦਾ ਜਿਸ ਤਰ੍ਹਾਂ ਮੈਂ ਸੁਸਾਈਡ ਦਾ ਆਤਮ ਹੱਤਿਆ ਕੀਤੀ, ਉਹਨੇ ਬਹੁਤ ਮਾੜੀ ਗੱਲ ਹੈ ਜੀ। ਪਰ ਜੇ ਤੁਸੀਂ ਪੋਲੀਟੀਕਲ ਲੋਕਾਂ ਦੇ ਹੱਥ 'ਚ ਬੰਦੂਕਾਂ ਫੜਾ ਦੋਗੇ, ਉਹ ਤਾਂ ਸ਼ਾਮ ਤੱਕ, ਜਾਣੀ ਜੇ ਗਿੱਧਾਂ ਦਾ ਰਾਜ ਹੋ ਜੂ ਤੇ ਸ਼ਾਮ ਤੱਕ ਸਾਰੇ ਪਿੰਡ ਦੇ ਢੱਗੇ ਮਾਰ ਦੇਣ, ਉਹਨਾਂ ਦੇ ਵੱਸ ਚੱਲੇ ਦੇ। ਜੀ, ਇਹ ਤਰੀਕਾ ਨਹੀਂ ਹੈ ਇਨਸਾਫ ਦਾ। ਹਾਂ, ਇਹ ਜ਼ਰੂਰ ਹੈ ਕਿ ਲੋਕਾਂ ਨੂੰ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਇੱਕ ਤੁਰੰਤ ਹੋ ਗਿਆ, ਤੁਰੰਤ ਇਨਸਾਫ ਮਿਲ ਗਿਆ, ਪਰ ਇਹ ਤਰੀਕਾ ਇਨਸਾਫ ਦਾ, ਜਦ ਤੱਕ ਤੁਸੀਂ ਜੇ ਇਸ ਕਿਸਮ ਨੂੰ ਚੱਲੋਗੇ ਨਾ, ਇਹ ਤਾਂ ਸ਼ਾਮ ਤੱਕ ਲਾਸ਼ਾਂ ਦੇ ਢੇਰ ਲਾ ਦੇਣਗੇ। ਤੇ ਚਾਹੁੰਦੇ ਕਿ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਕੋਲ ਸਾਰਾ ਕੁਝ, ਉਹ ਮਾਈਂਡ ਸੈੱਟ ਤੇ ਹੈ ਹੀ ਹੈ, ਕਿਸੇ ਦੀ ਕੋਈ ਸੰਵੇਦਨਸ਼ੀਲਤਾ ਨਹੀਂ। ਜਿਵੇਂ ਮੈਂ ਪਹਿਲਾਂ ਕਿਹਾ, ਕੋਈ ਕਿਸੇ ਨਾਲ ਇਹਨਾਂ ਨੂੰ ਲੈਣਾ ਦੇਣਾ ਨਹੀਂ। ਉਹ ਕਹਿਣਗੇ ਵੀ ਆਹ ਚੰਗਾ ਹੋਇਆ ਵੀ ਹੁਣ ਸਾਨੂੰ, ਉਹ ਕਰਨਗੇ ਕੀ ਇਹਦੇ 'ਚ, ਇਸ ਆੜ ਦੇ ਵਿੱਚ 5 ਬੰਦੇ ਤੇ ਜਿਹੜੇ ਜੈਨੂਅਨ 5% ਮਾਰਨਗੇ, 95% ਹਮਾਂ ਤੋਂ ਮਾਂ ਜਿਹੜੇ ਉਹਨਾਂ ਦੇ ਬੈਠੇ ਹੁਣ ਗੱਲਾਂ ਕਰ ਰਹੇ ਆ, ਉਹਨਾਂ ਦੀ ਭਰਸਣਾ ਕਰ ਰਹੇ, ਕਹਿਣਗੇ ਪਹਿਲਾਂ ਇਹਨੂੰ ਚੁੱਪ ਕਰਾਓ ਬਈ, ਉਹ ਜੀ 5 ਗ੍ਰਾਮ ਉਹਦੇ ਤੇ ਪਾ ਦੇਣ ਕੋਈ ਵੀ ਚਿੱਟਾ, ਆਹ ਨਿਕਲਿਆ ਸੀ, ਲਾਗੇ ਇੱਕ ਪਿਸਤੌਲ ਰੱਖ ਦੇਣਗੇ। ਇਹ ਤੁਹਾਡੇ ਹੁੰਦਾ ਨਹੀਂ ਰਿਹਾ? ਜਿਵੇਂ 84 ਵੇਲੇ ਪੰਜਾਬ ਦੇ ਦੇਖੋ ਕਿੰਨੇ 84 ਤੋਂ ਬਾਅਦ ਸਾਰਾ ਹੁੰਦਾ ਰਿਹਾ, ਖਾੜਕੂ ਹੈ 92 ਤੱਕ, 84 ਤੋਂ ਲੈ ਕੇ 82 ਤੋਂ ਲੈ ਕੇ 10 ਸਾਲ ਹੁੰਦਾ ਰਿਹਾ। ਉਦੋਂ ਪਹਿਲਾਂ ਨਕਸਲਾਈਟ ਲਹਿਰ ਦੇ ਵਿੱਚ ਇੰਦ ਹੁੰਦਾ ਰਿਹਾ, ਮਾਰਤਾ ਜੀ ਮਾਰਤਾ। 70 ਸਾਲ ਦਾ ਬਾਬਾ ਬੂਝਾ ਸਿੰਘ ਨਕਸਲਾਈਟਾਂ ਦਾ ਲੀਡਰ ਪੰਜਾਬ 'ਚ ਹੁੰਦਾ ਸੀਗਾ, ਸਾਈਕਲ ਚਲਾਉਂਦਾ ਸੀ, ਅੱਖਾਂ ਤੋਂ ਉਹਨੂੰ ਦਿਖਦਾ ਨਹੀਂ, ਕਹਿੰਦੇ ਪੁਲਿਸ ਮੁਕਾਬਲਾ ਕੀਤਾ। ਯਾਰ ਕੁਛ ਤੇ ਸ਼ਰਮ ਕਰੋ, ਉਹਨੂੰ ਦਿਖਦਾ ਵੀ ਨਹੀਂ ਸੀ। ਇਸ ਤਰੀਕੇ ਨਾਲ ਬੰਦੇ ਇੱਥੇ ਮਾਰੇ। ਜਿਹੜਾ ਟ੍ਰਿਗਰ ਹੈਪੀ ਪੁਲਿਸ ਹੈ ਸਾਡੀ, ਉਹਦੇ 'ਤੇ ਜੇ ਅੰਕੁਸ਼ ਲੋਕਾਂ ਦਾ ਦਬਾਅ ਨਹੀਂ ਹੋਊਗਾ ਤੇ ਉਹ ਤਾਂ ਬਗਿਆੜ ਆ, ਫਿਰ ਉਹਨਾਂ ਨੂੰ ਹੋਰ ਤੁਸੀਂ ਨਵੇਂ ਦੰਦ ਦੇਣ ਵਾਲੀ ਗੱਲ ਆ। ਪਰ ਜਿਹੜਾ ਤੁਹਾਡਾ ਮਾਮਲਾ ਹੈਗਾ, ਮਸਲਾ ਹੈਗਾ, ਦੇਖੋ ਦੁਨੀਆ 'ਚ ਇਹ ਇੰਝ ਹੁੰਦਾ ਤੇ ਹੁਣ ਵੀ ਇੰਝ ਹੀ ਹੋਣਾ। ਰਿਜ਼ਰਵੇਸ਼ਨ ਦਾ ਪਾਰਸ਼ਲ ਫਾਇਦਾ ਹੋ ਸਕਦਾ ਮਾੜਾ ਮੋਟਾ, ਜਿਹੜਾ ਜਿਹਨੂੰ ਆਪਾਂ ਰਾਖਵਾਂਕਰਨ ਕਹਿੰਦੇ, ਔਰਤਾਂ ਲਈ ਵੀ ਰਾਖਵਾਂਕਰਨ ਇਹੀ ਹੱਲ ਦਿੱਤਾ ਅਸੀਂ। ਔਰਤਾਂ ਦਾ ਸਸ਼ਕਤੀਕਰਨ ਦਾ, ਉਹਨਾਂ ਨੂੰ ਹੋਰ ਅੰਪਾਵਰ ਕਰਨ ਦਾ ਹੱਲ ਕੀ ਦਿੱਤਾ ਵੀ 30% ਉੱਥੇ ਕਰ ਦਿਓ, 33% ਉੱਥੇ ਰਿਜ਼ਰਵੇਸ਼ਨ ਕਰ ਦਿਓ। ਦਲਿਤ ਵੀ ਪਿਛੜ ਗਏ, ਚੰਗਾ ਜੀ ਇਹਨਾਂ ਦੀ ਵੀ ਰਿਜ਼ਰਵੇਸ਼ਨ ਕਰ ਦਿਓ। ਫਿਰ ਜੀ ਆਦੀਵਾਸੀ ਪਛੜੇ ਹੋਏ ਆ, ਉਹਨਾਂ ਦੀ ਵੀ ਕਿਸੇ ਦਾ ਕੋਈ ਕਿੰਨੇ ਕੁ ਉੱਪਰ ਆਏ। ਇੱਕ ਥੋੜ੍ਹਾ ਜਿਹਾ 2-4% ਜਿਹੜੇ ਜਾ ਕੇ ਆਪਣੀਆਂ ਮੌਜਾਂ ਕਰਦੇ, ਉਹ ਆਪਣੇ ਆਪ ਨੂੰ ਦਲਿਤ ਹੀ ਨਹੀਂ ਕਹਿੰਦੇ, ਨਾ ਉਹ ਆਦੀਵਾਸੀ ਕਹਿੰਦੇ। ਜਾ ਕੇ ਕਈ
ਕਈਆਂ ਦਾ ਫਾਇਦਾ ਹੋ ਗਿਆ, ਉਪਹਾਰ ਹੋ ਗਿਆ, ਪਰ ਜਿਹੜੀ ਵੱਡੇ ਪੱਧਰ 'ਤੇ ਸਮਾਜਿਕ ਮੁਸੀਬਤ ਸੀਗੀ ਜਾਂ ਸਮਾਜਿਕ ਪਛੜਿਆਪਣ ਸੀ, ਉਹਨਾਂ ਦਾ ਕੁਚਲੇ ਹੋਏ ਸੀ, ਦੱਬੇ ਕੁਚਲੇ ਸੀ, ਉਹ ਉਹਨਾਂ ਦੀ ਪਰਿਸਥਿਤੀ ਤੋਂ ਉੱਤੇ ਬਾਹਰ ਨਹੀਂ ਆਏ। ਇਸ ਲਈ ਇਹ ਜਦ ਤੱਕ ਉਹ ਲੋਕ ਜਿਹੜੇ ਪੀੜਤ ਆ ਉਹ ਖੁਦ ਆਪਣੀ ਸ਼ਕਤੀ ਇਕੱਠੀ ਕਰਕੇ ਅੱਗੇ ਨਹੀਂ ਆਉਂਦੇ, ਭਾਵੇਂ ਉਹ ਮਜ਼ਦੂਰ ਆ, ਭਾਵੇਂ ਉਹ ਦਲਿਤ ਆ, ਭਾਵੇਂ ਉਹ ਆਦੀਵਾਸੀ ਆ, ਅਤੇ ਭਾਵੇਂ ਔਰਤਾਂ, ਭਾਵੇਂ ਉਹ ਨੌਜਵਾਨ ਵੀ ਹੈਗੇ ਆ ਜਿਹੜੇ ਅੱਜ ਬੇਰੁਜ਼ਗਾਰ ਫਿਰਦੇ ਆ, ਜੇ ਉਹ ਖੁਦ ਵੱਡੀ ਸ਼ਕਤੀ ਬਣ ਕੇ ਆਪਣੇ ਹੱਕ ਲਈ ਆਪ ਇਸ ਸਮਾਜ ਦੇ ਅੰਦਰ ਇੱਕ ਵੱਡੇ ਮੂਵਮੈਂਟ ਨਹੀਂ ਲਾਂਚ ਕਰਦੇ, ਦੂਜੇ ਉਹਨਾਂ ਦੇ ਦੁੱਖ ਦੇ ਮਗਰਮੱਛੀ ਅਥਰੂ ਘੇਰ ਕੇ ਸੱਤਾ ਤੇ ਉਹਨਾਂ ਤੋਂ ਕਰ ਸਕਦੇ, ਉਹਨਾਂ ਦੀ ਸਿੰਪਤੀ ਲੈ ਕੇ ਆਪਣੀ ਸੱਤਾ ਤੇ ਲੈ ਸਕਦੇ ਆ। ਭਈ ਮੈਂ ਤੇ ਤੁਹਾਡੇ, ਮੈਂ ਦੇਖਾ ਜਾ ਕੇ ਨਿਆਣਿਆਂ ਦੀਆਂ ਨਲੀਆਂ ਪੂੰਝਦੇ ਫਿਰਨਗੇ, ਜਾ ਕੇ ਆ ਜਿਹੜੇ ਤੁਹਾਡੇ ਲੀਡਰ ਆ ਉਹਨਾਂ ਦੇ ਨਾਲ ਵੇਖਿਆ ਨਹੀਂ ਕਿਵੇਂ ਜਾ ਕੇ ਰੋਟੀਆਂ ਖਾਂਦੇ ਆ। ਮਗਰੋਂ ਕੋਈ ਵੱਡੇ ਪਿੰਡ ਦਾ ਚੌਧਰੀ ਤੋਂ ਚੌਧਰੀ ਹੋਵੇ, ਉਹ ਦਰਵਾਜ਼ੇ ਤੇ ਕਿਸੇ ਮਿਨਿਸਟਰ ਤੇ ਫਟਕ ਕੇ ਦੱਸੇ ਅੱਜ ਲੱਭਦਾ ਭਗਵੰਤ ਮਾਨ। ਆ ਮੇਰੇ ਕੋਲ ਬੰਦੇ ਆਏ ਸੀ ਪਰਸੋਂ, ਮੈਨੂੰ ਵੈਸੇ ਬਾਈ ਚਾਂਸ ਹੀ ਬੈਂਕ 'ਚ ਮਿਲ ਗਏ, ਉਹ ਕਹਿੰਦੇ ਪਹਿਲਾਂ ਤੇ ਸਾਡੇ ਐਂ ਗੇੜੇ ਮਾਰਦੇ ਸੀ, ਹੁਣ ਤੇ ਸਾਨੂੰ ਉੱਥੇ ਕਿਤੇ ਨੇੜੇ ਤੇੜੇ ਨਹੀਂ ਲੱਗਣ ਦਿੰਦੇ। ਮੈਂ ਕਿਹਾ ਫਿਰ ਤੁਸੀਂ ਹੋਰ ਪਾਓ ਵੋਟਾਂ। ਇੱਕ ਫੋਟੋ ਵੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ, ਕਿਸੇ ਸਟੇਟ ਦੇ ਵਿੱਚ ਇਲੈਕਸ਼ਨ ਹੋਣੀ ਸੀ ਤਾਂ ਜਿਹੜੇ ਐਮਐਲਏ ਉੱਥੋਂ ਦੇ ਚੋਣਾਂ ਵਿੱਚ ਖੜੇ ਸੀ ਤਾਂ ਇੱਕ ਆਦਮੀ ਹੈ ਜਿਹੜਾ ਨਹਾ ਰਿਹਾ ਹੁੰਦਾ ਹੈ, ਉਹਨੇ ਸਾਬਣ ਮਲਿਆ ਹੁੰਦਾ ਹੈ ਤਾਂ ਉਹਦੇ ਕੋਲ ਪਹੁੰਚ ਜਾਂਦੇ ਨੇ। ਤੁਸੀਂ ਦੇਖੀ ਹੋਣੀ ਉਹ? ਨਹੀਂ, ਮੈਂ ਨਹੀਂ ਦੇਖੀ, ਮੈਨੂੰ ਦੱਸ ਦਿਓ, ਚੰਗੀ ਗੱਲ ਲੱਗਦੀ ਆ। ਹਾਂ, ਤੇ ਬਾਅਦ ਵਿੱਚ ਜਦੋਂ ਉਹੀ ਲੋਕ ਮਸਲੇ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਦਫ਼ਤਰਾਂ ਦੇ ਦਰਵਾਜ਼ਿਆਂ ਤੋਂ ਹੀ ਮੋੜ ਦਿੰਦਾ ਹੈ, ਜਾਂ 3-4 ਘੰਟੇ ਉਹ ਦਫ਼ਤਰ ਬੈਠੇ ਰਹਿੰਦੇ ਨੇ, ਐਮਐਲਏ ਸਾਹਿਬ ਜਾਂ ਐਮਪੀ ਸਾਹਿਬ ਆਉਂਦੇ ਨਹੀਂ ਤਾਂ ਉਹ ਬੇਰੰਗ ਆਪਣੇ ਘਰ ਪਰਤ ਜਾਂਦੇ ਨੇ। ਦੇਖੋ ਜਿਹੜਾ ਵੋਟਾਂ ਵਾਲਾ ਸਿਸਟਮ ਆ, ਇਹ ਤੁਹਾਨੂੰ ਇੱਕ ਮਾਹੌਲ ਦਿੰਦਾ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦਾ, ਪਰ ਉਹ ਆਪਣੇ ਆਪ 'ਚ ਵੋਟਾਂ ਵਾਲਾ ਸਿਸਟਮ ਕੁਰੀਤੀਆਂ ਦੂਰ ਨਹੀਂ ਕਰਦਾ ਹੈ। ਹੁਣ ਹਸਪਤਾਲ, ਉਹ 'ਚ ਡਾਕਟਰ ਵੀ ਆ, ਹਰ ਮਸ਼ੀਨ ਵੀ ਹੈਗੀ ਹੈ, ਹਰ ਐਕਸਪਰਟ ਵੀ ਹੈਗਾ, ਅਤੇ ਹਰ ਫੈਸਿਲਿਟੀ ਹੈਗੀ ਹੈ। ਮਰੀਜ਼ ਵੀ ਬਾਹਰ ਬਹੁਤ ਹੈ, ਲਾਈਨਾਂ ਲੱਗੀਆਂ, ਪਰ ਜੇ ਉਹ ਕੰਮ ਨਹੀਂ ਕਰਦੇ ਫਿਰ ਕੰਮ ਤੇ ਲੈਣਾ ਪਊ ਨਾ, ਤਾਂ ਹੀ ਤਾਂ ਉਹ ਸਾਰਾ ਕੁਝ ਹੋਊਗਾ। ਇਸੇ ਤਰੀਕੇ ਨਾਲ ਇਸ ਸਿਸਟਮ ਤੋਂ, ਇਸ ਗਵਰਨੈਂਸ ਤੋਂ, ਇਹਨਾਂ ਐਮਐਲਏਆਂ ਤੋਂ, ਇਹਨਾਂ ਮਿਨਿਸਟਰਾਂ ਤੋਂ ਤੁਸੀਂ ਜਨਤਾ ਦੇ ਹੱਕ ਵਿੱਚ ਕੰਮ ਕਿਵੇਂ ਲੈਣੇ ਆ, ਅਤੇ ਇਹ ਜਿਹੜਾ ਅਸਲ ਮਾਇਨਿਆਂ 'ਚ ਆਜ਼ਾਦੀ ਕਿਵੇਂ ਪਾਉਣੀ ਆ। ਜੀ, ਭਾਵੇਂ ਉਹ ਗੁਰਬਤ ਤੋਂ ਆਜ਼ਾਦੀ ਹੈ, ਭਾਵੇਂ ਅਨਪੜ੍ਹਤਾ ਤੋਂ ਆਜ਼ਾਦੀ ਹੈ, ਭਾਵੇਂ ਤੁਸੀਂ ਸ਼ੈਲਟਰਲੈਸ ਆ, ਤੁਹਾਡੇ ਸਿਰ 'ਤੇ ਛੱਤ ਨਹੀਂ ਆ, ਉਸ ਗੱਲ ਤੋਂ ਤੁਸੀਂ ਆਜ਼ਾਦੀ ਪਾਉਣੀ ਆ, ਪਛੜੇਪਣ ਤੋਂ ਆਜ਼ਾਦੀ ਪਾਉਣੀ ਆ, ਵਾਤਾਵਰਨ ਦੇ ਜਿਹੜਾ ਲਗਾਤਾਰ ਤਬਾਹੀ ਹੋ ਰਹੀ ਆ ਉਹਦੇ ਤੋਂ ਬਚਾਅ ਕਰਨਾ। ਇਹ ਸਾਰੀਆਂ ਚੀਜ਼ਾਂ ਤਾਂ ਹੀ ਹੋਣਗੀਆਂ ਜੇ ਵੱਡੇ ਪੱਧਰ 'ਤੇ ਸਿਵਲ ਮੂਵਮੈਂਟ, ਲੋਕ ਚੇਤਨ ਹੋਣ। ਲੋਕਾਂ ਦੀ ਚੇਤਨਾ ਤੇ ਇੰਨੀ ਅਜੇ ਸਾਡੀ ਪਛੜੀ ਹੋਈ ਆ। ਮੈਨੂੰ ਬੜਾ ਦੁੱਖ ਹੁੰਦਾ ਪੰਜਾਬ ਦੇ ਵਿੱਚ ਵੀ। ਆਪਾਂ ਪੰਜਾਬ ਨੂੰ ਬਹੁਤ ਐਉਂ ਨਾ ਸਮਝੋ ਕਿ ਅਸੀਂ 4 ਬੰਦੇ ਕੈਨੇਡਾ, ਅਮਰੀਕਾ ਬਾਹਰ ਚਲੇ ਗਏ, ਆਸਟ੍ਰੇਲੀਆ ਚਲੇ ਗਏ ਤੇ ਬਹੁਤ ਸਿਆਣੇ ਹੋ ਗਏ ਆ। ਪਿੰਡਾਂ ਦੇ ਜਿਹੜੇ ਆਮ ਜਨਤਾ ਜਨਾਰਦਨ ਆ, ਦੂਜਿਆਂ ਸੂਬਿਆਂ ਨਾਲੋਂ ਅਸੀਂ ਕਾਫੀ ਅੱਗੇ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਜਿੰਨੀ ਇੱਕ ਰਾਜਨੀਤਿਕ ਚੇਤਨਾ ਪਛੜੇ ਲੋਕਾਂ 'ਚ, ਖਾਸ ਕਰਕੇ ਜਿਹੜੇ ਥੱਲੇ ਵਾਲੇ 35-40% ਆ, ਉਹਨਾਂ 'ਚ ਹੋਣ ਦੀ ਲੋੜ ਹੈ, ਉਹ ਬਿਲਕੁਲ ਹਾਲ ਦੀ ਘੜੀ ਐਬਸੈਂਟ ਆ। ਉਹ ਤਾਂ ਵਿਚਾਰੇ 2 ਡੰਗ ਦੀ ਰੋਟੀ ਲਈ 24 ਘੰਟੇ ਜੂਝਦੇ ਮਰ ਜਾਂਦੇ ਆ। ਉਹਨਾਂ ਨੂੰ ਤਾਂ ਕਦੀ ਆਹ ਹੋ ਗਿਆ, ਕਦੀ ਆਹ ਹੋ ਗਿਆ, ਕਦੀ ਨਿਆਣਾ ਬਿਮਾਰ ਤੇ ਕਦੀ ਕੁਛ ਹੋ ਗਿਆ, ਕਦੀ ਕਰਜ਼ਾ ਹੋ ਗਿਆ, ਫਿਰ ਕਰਜ਼ਾ ਲਾਉਣਾ, ਉਹਦੇ ਵਿੱਚ ਹੀ ਆਪਣਾ ਜੀਵਨ ਕਰਜ਼ੇ 'ਚ ਜੰਮਦੇ ਆ ਅਤੇ ਕਰਜ਼ੇ 'ਚ ਮਰਦੇ। ਮੈਂ ਇੱਕ ਵਾਰੀ ਫਿਲਮ ਬਣਾਈ ਸੀ ਬੋਰਨ ਇਨ ਡੈਟ, ਅਤੇ ਮਜ਼ਦੂਰਾਂ 'ਤੇ, ਪੰਜਾਬ ਦੇ ਮਜ਼ਦੂਰਾਂ 'ਤੇ, ਉਹ 15-20 ਸਾਲ ਪਹਿਲਾਂ, ਤਾਂ ਉਹਦੀ ਇਹੀ ਕਹਾਣੀ ਆ। ਇਸ ਲਈ ਢੀਂਡਸਾ ਜੀ ਅਸਲ ਮਾਅਨਿਆਂ 'ਚ ਪਹਿਲਾਂ ਲੋਕ ਉਸ ਗਲਬੇ ਤੋਂ ਆਜ਼ਾਦੀ ਪਾਉਣ ਔਰ ਉਸ ਝੂਠੀ ਉਮੀਦ ਨੂੰ ਵੀ ਵਿੱਚੋਂ ਦੀ ਪਾੜ ਕੇ ਉਹ ਜਿਹੜੇ ਪਰਦੇ ਬਣਾਏ ਹੋਏ ਸਾਡੀਆਂ ਅੱਖਾਂ ਸਾਹਮਣੇ ਦੇਖਣ ਕਿ ਅਸਲੀਅਤ ਕੀ, ਇਹਨਾਂ ਦੇ ਅਸਲੀ ਖੂੰਖਾਰੀ ਚਿਹਰੇ ਕੀ ਹੈ, ਜਿਹੜੇ ਤੁਹਾਡੇ ਕੋਲੋਂ ਬੜੇ ਮੇਮਣੇ ਬਣ ਕੇ ਆਉਂਦੇ ਆ ਅਤੇ ਬਾਅਦ 'ਚ ਭੇੜੀਏ ਬਣ ਜਾਂਦੇ ਆ। ਉਹ ਦੇਖ ਲੈਣ। ਜਿਸ ਦਿਨ ਉਹਨਾਂ ਨੂੰ ਇੰਨਾ ਇਲਾਮ ਹੋ ਗਿਆ, ਦੇਖ ਲਿਆ ਕਿ ਇਹ ਸਾਡੇ ਲੀਡਰ ਨਹੀਂ, ਇਹ ਤਾਂ ਸਾਡੇ ਕੋਲੋਂ ਮੋਮੋ ਠੱਗਣੀਆਂ ਗੱਲਾਂ ਕਰਕੇ ਵੋਟਾਂ ਦਾ ਇੱਕ ਸਾਧਨ ਬਣਾਉਣ ਲਈ ਆਉਂਦੇ ਆ, ਉਸ ਦਿਨ ਜਿੱਦਣ ਇਹ ਚੇਤਨਾ ਆ ਜੂਗੀ, ਉਦਣ ਇਸ ਸਾਰੀ ਅਸਲ ਮਾਅਨਿਆਂ 'ਚ ਥੱਲਿਓਂ ਆਜ਼ਾਦੀ ਦੀ ਜਿਹੜੀ ਪਨੀਰੀ ਪੁੰਗਰੂਗੀ, ਉਦਣ ਹੀ ਇਹ ਦੇਸ਼ ਦੇ ਵਿੱਚ ਅਸਲ ਮਾਅਨਿਆਂ 'ਚ ਆਜ਼ਾਦੀ ਆਊਗੀ।
ਤੁਸੀਂ ਰਾਜਨੀਤਿਕ ਲੋਕਾਂ ਦੀ ਗੱਲ ਕੀਤੀ ਹੈ, ਜਦੋਂ ਵਿਰੋਧੀ ਧਿਰ ਵਿੱਚ ਹੁੰਦੇ ਨੇ ਤਾਂ ਹਮੇਸ਼ਾ ਇਹ ਇਲਜ਼ਾਮ ਆ ਵਿਰੋਧੀ ਧਿਰ ਲਾਉਂਦਾ ਆਇਆ ਹੈ। ਪਿਛਲੇ ਬਹੁਤ ਸਾਰੇ ਦਹਾਕਿਆਂ ਤੋਂ ਆਪਾਂ ਦੇਖ ਲੈਂਦੇ ਹਾਂ ਕਿ ਕੇਂਦਰ ਸਰਕਾਰ ਆ ਜਿਹੜੀ ਵੀ ਪਾਰਟੀ ਦੀ ਕੇਂਦਰ 'ਚ ਸਰਕਾਰ ਹੁੰਦੀ ਆ, ਉਹ ਸ਼ਕਤੀਆਂ ਦਾ ਕੇਂਦਰੀਕਰਨ ਆ ਜਿਹੜੀ ਕਰ ਰਹੀ ਹੈ। ਕੇਂਦਰ ਦੀਆਂ ਸ਼ਕਤੀਆਂ ਨੇ ਜਿਹੜੀਆਂ ਉਹ ਵੱਧ ਰਹੀਆਂ ਨੇ, ਜਦਕਿ ਸੂਬਿਆਂ ਦੀਆਂ ਸ਼ਕਤੀਆਂ ਨੇ ਜਿਹੜੀਆਂ ਉਹ ਘਟ ਰਹੀਆਂ ਨੇ। ਪਰ ਜਦੋਂ ਖੁਦ ਸੱਤਾ ਵਿੱਚ ਆ ਜਾਂਦੇ ਨੇ ਤਾਂ ਉਹਨਾਂ ਦਾ ਵੀ ਇਹੀਓ ਵਰਤਾਰਾ ਹੁੰਦਾ ਹੈ। ਦੇਖੋ ਇਸੇ ਕਰਕੇ ਆ ਜਿਹੜੇ ਸਾਡੀ ਰੂਲਿੰਗ ਕਲਾਸ ਆ, ਜਾਣੀ ਰਾਜ ਕਰਦੀ ਇੱਕ ਪੂਰੀ ਜਮਾਤ ਆ, ਉਹਦਾ ਖਾਸਾ ਇੱਕੋ ਹੀ ਆ। ਭਾਵੇਂ ਉਹ ਕਿਸੇ ਨੇ ਟੋਪੀ ਪਾਈ ਆ ਤੇ ਭਾਵੇਂ ਕੋਈ ਨੰਗੇ ਸਿਰ ਆ ਤੇ ਭਾਵੇਂ ਕਿਸੇ ਨੇ ਪਗੜੀ ਪਾਈ ਹੋਈ ਹੈ, ਉਹਨਾਂ ਦਾ ਜਨਰਲੀ ਸਪੀਕਿੰਗ ਕੋਈ ਉਹਨਾਂ 'ਚੋਂ ਇੱਕਾ ਦੁੱਕਾ ਬੰਦੇ ਠੀਕ ਹੋ ਸਕਦੇ ਆ, ਪਰ ਜਿਹੜੀ ਐਜ਼ ਏ ਜਮਾਤ ਪੂਰੀ ਜਮਾਤ ਉਹਨਾਂ ਦਾ ਖਾਸਾ ਇਹੋ ਹੀ ਹੈ। ਰਾਜ ਕਰਨ ਦਾ ਮਤਲਬ ਹੈ ਸੱਤਾ 'ਚ ਆਉਣਾ, ਤੇ ਸੱਤਾ ਕਰਨ ਦਾ ਮਤਲਬ ਹੈ ਵੀ ਹਰ ਕਿਸਮ ਦੇ ਹਰਬੇ, ਗੁੰਡਾਗਰਦੀ, ਪੈਸਾ, 2 ਨੰਬਰੀ, ਝੂਠ, ਫਰੇਬ, ਹਰ ਕਿਸਮ ਦਾ ਉਹ ਕਰਨਾ, ਜਿਹਨੂੰ ਮੈਂ ਅੱਗੇ ਕਿਹਾ ਸੀਗਾ ਪੋਸਟ ਟਰੁੱਥ, ਜਾਣੀ ਪੁਨਰ ਸੱਚਾਈ, ਵੀ ਜਾਣੀ ਝੂਠ ਨੂੰ ਸੱਚਾਈ ਕਹਿ ਕੇ ਵੇਚ ਕਿਵੇਂ ਦੇਣਾ, ਪਿੱਤਲ ਨੂੰ ਸੋਨਾ ਕਹਿ ਕੇ ਕਿਵੇਂ ਵੇਚ ਦੇਣਾ, ਸੋਨੇ ਦੇ ਭਾਅ ਐਕਚੁਅਲੀ ਵੇਚ ਦੇਣਾ, ਅਗਲਾ ਕੰਚ ਪਾਈ ਫਿਰਦਾ ਉਹਨੂੰ ਪਤਾ ਹੀ ਨਹੀਂ ਪਿੱਤਲ ਆ। ਇਹ ਜਿਹੜੀਆਂ ਚੀਜ਼ਾਂ ਆ, ਜਦ ਤੱਕ ਇਹ ਸਾਰਾ ਨਹੀਂ ਹੁੰਦਾ ਤਾਂ ਉਦੋਂ ਤੱਕ ਇਹ ਜਮਾਤ ਜਿਹੜੀ ਆ, ਭਾਵੇਂ ਉਹ ਸੈਂਟਰ 'ਚ ਹੋਵੇ, ਭਾਵੇਂ ਸੂਬੇ 'ਚ ਹੋਵੇ, ਭਾਵੇਂ ਸੱਤਾ ਤੋਂ ਬਾਹਰ ਹੋਵੇ ਤੇ ਭਾਵੇਂ ਸੱਤਾ ਦੇ ਅੰਦਰ ਹੋਵੇ, ਉਹਨਾਂ ਦਾ ਖਾਸਾ, ਉਹਨਾਂ ਦੀ ਸੋਚ, ਉਹਨਾਂ ਦੀ ਮਨਸਾ ਬਦਲਦੀ ਨਹੀਂ। ਨੰਬਰ 2, ਆ ਇੱਕ ਨਵੀਂ ਗੱਲ ਚਲਾਈ ਹੋਈ ਆ ਪਿੱਛੇ ਜੇ, ਡਬਲ ਇੰਜਣ ਸਰਕਾਰ। ਜਿੰਨੇ ਸਮਝਦੇ ਆ ਨਾ ਵੀ ਉਹ ਬਿਲਕੁਲ ਸੰਘੀ ਢਾਂਚੇ ਦੇ ਵਿਰੋਧ ਆ ਗੱਲ, ਵੀ ਡਬਲ ਇੰਜਣ ਦੀ ਕਿਉਂ ਬਈ, ਕਿਉਂ ਡਬਲ ਇੰਜਣ? ਤੁਹਾਡਾ ਇੱਕ ਇੰਜਣ ਨਹੀਂ ਕੰਮ ਕਰਦਾ, ਉੱਤਰ ਜੋ ਪਰਾਂ ਚਲੇ ਜਾਓ, ਹੋਰ ਇੰਜਣ ਲਵਾ ਲਾਂਗੇ ਅਸੀਂ। ਇਹ ਡਬਲ ਇੰਜਣ ਨੇ ਜਿਹੜੇ ਜ਼ਿਆਦਾਤਰ ਸੂਬਿਆਂ 'ਚ ਡਬਲ ਇੰਜਣ ਸਰਕਾਰ ਹੀ ਚੱਲ ਰਹੀ ਆ, ਪਰ ਬਹੁਤਾ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ। ਨਹੀਂ ਤੁਸੀਂ ਦੇਖ ਲਓ ਮੱਧ ਪ੍ਰਦੇਸ਼ ਦੇ ਉੱਤੇ ਤੇ ਆ ਜਿਹੜੀ ਯੂਪੀ ਦੀ ਸਰਕਾਰ ਆ, ਸਭ ਤੋਂ ਵੱਧ ਆਦੀਵਾਸੀਆਂ ਤੇ ਦਲਿਤਾਂ ਤੇ ਜਿਹੜੀਆਂ ਅਟਰੋਸਿਟੀਜ਼ ਹੋਈਆਂ, ਜਾਣੀ ਜਿਹੜੇ ਉਹਨਾਂ ਨਾਲ ਧੱਕੇ ਹੋਏ ਆ, ਸਰਕਾਰੀ ਅੰਕੜੇ ਆ ਉਹ ਇੱਥੇ ਹੋਏ ਆ। ਤੇ ਇਹ ਡਬਲ ਇੰਜਣ ਦੀ ਸਰਕਾਰ ਹੈ। ਜਾਣੀ ਡਬਲ ਇੰਜਣ ਇਸ ਕਰਕੇ ਥੋੜ੍ਹੀ ਚਾਹੀਦਾ ਕਿ ਲੋਕਾਂ ਨੂੰ ਕੋਲਾ ਲਿਆ ਕੇ ਦੇਣਾ ਥਰਮਲ ਪਲਾਂਟਾਂ ਨੂੰ, ਜਾਂ ਲੋਕਾਂ ਨੂੰ ਦਾਣੇ ਲਿਆ ਕੇ ਦੇਣੇ ਆ, ਲੋਕਾਂ ਨੂੰ ਉਹ ਇੰਜਣ ਥੱਲੇ ਕੁਚਲਣਾ। ਇਸ ਕਰਕੇ ਇੱਕ ਇੰਜਣ 'ਚੋਂ ਜੇ ਬਚ ਗਿਆ ਤੇ ਦੂਜੇ ਤੋਂ ਥੱਲੇ ਉਹਨਾਂ ਦੀ ਮੰਜੀ ਉਹ ਬਚੇ ਨਾ, ਕੁਛ ਨਾ ਉਹਨਾਂ ਦੀ ਆਵਾਜ਼ ਨੂੰ ਕਿਵੇਂ ਕੁਚਲਣਾ ਤਾਂ ਕਿ ਉਹ ਆਜ਼ਾਦ ਨਾ ਹੋ ਜਾਣ। ਇਹ ਸਾਰਾ ਜਿਹੜਾ ਜਿੰਨਾ ਕੇਂਦਰੀਕਰਨ ਸੱਤਾ ਦਾ ਹੁੰਦਾ ਆ ਢੀਂਡਸਾ ਜੀ, ਓਨਾ ਹੀ ਲੋਕਾਂ ਦੀ ਬੇਵਸੀ ਵੱਧਦੀ ਆ। ਤੇ ਕੁਦਰਤੀ ਹੈ, ਜੇ ਤੁਹਾਡਾ ਰਾਜਾ ਜਿੰਨਾ ਪ੍ਰਬਲ ਹੋਊਗਾ ਉਹਨਾਂ ਪ੍ਰਜਾ ਗਰੀਬ ਹੋ ਜੂਗੀ, ਉਨੀ ਉਹਦੇ ਤੇ ਸਾਹਮਣੇ ਝੁਕੂਗੀ, ਉਨੀ ਉਹਦੇ ਤੋਂ ਡਰੂਗੀ, ਉਨੀ ਉਹਦੇ ਤੋਂ ਤਰਾਹ ਕਰੂਗੀ, ਉਹ ਆਪਣਾ ਜ਼ੁਲਮ ਢਾਊਗਾ। ਇਹ ਸਾਨੂੰ ਡਬਲ ਇੰਜਣ ਨਹੀਂ ਚਾਹੀਦੇ, ਸਾਨੂੰ ਤੇ ਚੰਗੇ ਦਿਲ ਵਾਲੇ, ਚੰਗੇ ਮਨ ਵਾਲੇ, ਚੰਗੀ ਸੋਚ ਵਾਲੇ ਲੀਡਰ ਚਾਹੀਦੇ ਆ, ਜਿਹੜੇ ਬਕਾਊ ਨਾ ਹੋਣ, ਜਿਨ੍ਹਾਂ ਦੇ ਦਿਲ ਦੇ ਵਿੱਚ ਸੰਤ ਛਪਾਈ ਚਾਹੀਦੀ। ਮੈਂ ਹੁਣ ਮੋਟੇ ਤੌਰ ਤੇ ਕਹਿਦਾ, ਸਾਨੂੰ ਸੰਤ ਛਪਾਈ ਚਾਹੀਦੇ, ਜਿਨ੍ਹਾਂ ਦਾ ਦਿਲ ਤੇ ਮਨ ਤੇ ਸੋਚ ਨਿਰਮਲ ਹੋਏ ਔਰ ਉਹ ਸੰਤ ਸੁਭਾਅ ਦੇ ਹੋਣ, ਪਰ ਨਾਲ ਹੀ ਉਹਨਾਂ ਦੇ ਵਿੱਚ ਜੇ ਕੋਈ ਨਾ ਅੜੀ ਤੜੀ ਗੁੰਡਾਗਰਦੀ ਕਰੇ ਤਾਂ ਉਹ ਇੱਕਦਮ ਛਪਾਈ ਵਾਂਗੂ ਵੀ ਅਮਲ ਕਰ ਸਕਦੇ। ਕੇਂਦਰ ਸਰਕਾਰ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਮਨਾਉਣਾ ਹੈ। ਬੱਸਾਂ 'ਤੇ ਫਲੈਕਸ ਲਾਏ ਹੋਏ ਨੇ। ਹਰਿਆਣਾ ਰੋਡਵੇਜ਼ ਦੀ ਮੈਂ ਆਉਂਦੇ ਹੋਏ ਇੱਕ ਬੱਸ ਦੇਖੀ ਆ, ਵੋਲਵੋ ਬੱਸ, ਜਿਹੜੀ ਪੂਰੀ ਤਰ੍ਹਾਂ ਸਟਿੱਕਰਾਂ ਨਾਲ ਭਰੀ ਹੋਈ ਸੀ, ਅਤੇ ਵੱਡੀਆਂ ਰੈਲੀਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਹਜ਼ਾਰਾਂ ਮੋਟਰਸਾਈਕਲ, ਕਾਰਾਂ ਦੇ ਕਾਫਲੇ ਨੇ ਜਿਹੜੇ ਉਹ ਕੱਢੇ ਜਾ ਰਹੇ ਨੇ। ਤਾਂ ਜਿਹੜੇ ਲੋਕ ਨੇ, ਆਮ ਲੋਕ ਨੇ, ਆਉਣ ਜਾਣ ਵਾਲੇ, ਉਹਨਾਂ ਨੂੰ ਉਹ ਰੈਲੀਆਂ ਤੋਂ ਵੀ ਪਰੇਸ਼ਾਨੀ ਹੁੰਦੀ ਹੈ। ਆਜ਼ਾਦੀ ਦੇ ਨਾਂ 'ਤੇ ਰੈਲੀ ਹੋ ਰਹੀ ਆ, ਪਰ ਉਸੇ ਰੈਲੀ ਵਿੱਚ ਆਮ ਲੋਕ ਨੇ ਜਿਹੜੇ ਉਹ ਫਸੇ ਰਹਿੰਦੇ ਨੇ। ਕਿਸੇ ਨੇ ਆਪਣੇ ਕੰਮ ਕਾਰ 'ਤੇ ਜਾਣਾ ਜਾਂ ਇਕੱਠਾ, ਸਿਰਫ ਉਹ ਦਰਸਾਇਆ ਜਾਂਦਾ ਹੈ। ਆਜ਼ਾਦੀ ਦੇ ਅਸਲ ਮਾਇਨੇ ਕੀ ਨੇ ਪ੍ਰੋਫੈਸਰ ਸਾਹਿਬ ਤੁਹਾਡੇ ਸਾਹਮਣੇ? ਉਹ ਤਾਂ ਮੈਂ ਬਥੇਰੇ ਦੱਸਦੇ ਹੁਣ ਢੀਂਡਸਾ। ਮੈਂ ਵੀ ਕਿਸੇ ਨੂੰ ਵੋਲਵੋ 'ਤੇ ਚੜਾਉਣ ਗਿਆ ਸੀ 4-5 ਦਿਨ ਪਹਿਲਾਂ। ਮੈਂ ਬਿਲਕੁਲ ਇਹੋ ਚੀਜ਼ ਨੋਟ ਕੀਤੀ, ਪੂਰੀ ਬੱਸ ਬੜੇ ਝੰਡੇ ਦੇ ਨਾਲ ਐਨ ਕਿ ਜਿਵੇਂ ਬੱਸ ਹੁਣੇ ਹੀ ਸੰਨ 47 ਹੋਇਆ ਜੇ, ਇੰਝ ਲੱਗਦਾ ਸੀ ਵੀ ਅਸੀਂ ਆਜ਼ਾਦ ਤੇ ਅੱਜ ਹੀ ਹੋਏ ਹਾਂ, 75 ਸਾਲਾਂ ਬਾਅਦ ਮੋਦੀ ਨੇ ਕੀਤੇ, ਪਹਿਲਾਂ ਤੇ ਗੁਲਾਮ ਹੀ ਸੀ। ਜਾਣੀ ਉੱਥੋਂ ਇੰਪਰੈਸ਼ਨ ਇੰਝ ਬਣਦਾ ਹੈਗਾ। ਇਹਦਾ ਕੋਈ ਫਾਇਦਾ ਨਹੀਂ ਸਿਵਾਏ ਵੱਡੇ ਇਹ ਖਰਚੇ ਹੋਣਗੇ। ਪਰ ਮੈਨੂੰ ਇਹਦੇ ਪਿੱਛੇ ਇੱਕ ਹੋਰ ਵੀ ਚੀਜ਼ ਲੱਗਦੀ ਹੈ, ਇਹ ਕਿਤੇ ਇਹਨਾਂ ਨੂੰ ਬੈਕਫਾਇਰ ਹੀ ਨਾ ਕਰੇ। ਸੁਣ ਲਓ ਕਿਉਂ। ਮੈਂ ਅੱਜ ਸਵੇਰੇ ਦੇਖ ਕੇ ਬੜੇ ਝੰਡੇ ਸੋਚ ਰਿਹਾ। ਤੁਸੀਂ ਆਮ ਜਿਹੜਾ ਬੰਦਾ, ਜਿਹੜਾ ਵਿਜ਼ੂਅਲ ਹੈ, ਕਾਂਗਰਸ ਦੇ ਝੰਡੇ ਤੇ ਆਜ਼ਾਦੀ ਜਿਹੜੇ ਸਾਡੇ ਦੇਸ਼ ਦੇ ਤਿਰੰਗੇ 'ਚ ਬਹੁਤਾ ਫਰਕ ਨਹੀਂ। ਨੈਸ਼ਨਲ ਫਲੈਗ ਜੀ ਸਿਰਫ ਇੱਕ ਉਹਦੇ 'ਚ ਚਰਖਾ ਹੈ ਤੇ ਇਹਦੇ 'ਚ, ਤੇ ਆਮ ਬੰਦਾ ਉਹਨੂੰ ਬਹੁਤਾ
ਹਾਂ ਹੱਥ ਪੈ ਲਓ ਜਾਂ ਚਰਖਾ ਵੀ ਰੱਖ ਦਿੰਦੇ ਹੁੰਦੇ ਸੀ ਅੱਗੇ ਜਾਂ ਕੁਛ ਵੀ ਕਰ ਦੇਣ, ਠੀਕ ਹੈ। ਤੇ ਦੂਜੇ ਇਹਦੇ ਵਿੱਚ ਉਹ ਅਸ਼ੋਕ ਚੱਕਰ ਹੈਗਾ, ਠੀਕ ਹੈ। ਤੇ ਰੰਗ ਦੇ ਤਿੰਨੇ ਜਿਹੜੀਆਂ ਅੱਖਾਂ ਨੂੰ ਜ਼ਿਆਦਾ ਦਿਖਦਾ ਉਹ ਉਹੀ ਹੈਗੇ ਜੀ। ਮੈਨੂੰ ਇਹ ਲੱਗਦਾ ਕਿ ਜਿੱਡੇ ਵੱਡੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਬੀਜੇਪੀ ਕਿਤੇ ਕਾਂਗਰਸ ਦਾ ਹੀ ਨਾ ਪ੍ਰਾਪੇਗੰਡਾ ਕਰਦੇ ਹੋਣ, ਇਹ ਉਹਨਾਂ ਨੇ ਸੋਚਿਆ ਨਹੀਂ। ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਇਹ ਸੋਚ ਪਹੁੰਚਾ ਰਿਹਾ ਕਿ ਜਿੰਨੇ ਹੀ ਇਹ ਝੰਡੇ ਵੰਡਣਗੇ, ਜਿੰਨੇ ਘਰੋਂ ਘਰ ਦਲਿਤਾਂ ਦੇ ਜਾਂ ਹੋਰਨਾਂ ਸਾਰਿਆਂ ਦੇ ਲਾਉਣਗੇ, ਦੇਸ਼ ਭਗਤੀ ਤਾਂ ਉਹਦੇ ਨਾਲ ਹੋਣੀ ਨਹੀਂ, ਮੰਨ ਜਾਓ ਤੁਸੀਂ। ਕਿਉਂਕਿ ਕਿਸੇ ਲਈ ਮਜਬੂਰੀ ਆ, ਕਿਸੇ ਲਈ ਪਾਰਟੀ ਨੇ ਕਿਉਂਕਿ ਹੁਕਮ ਕੀਤਾ ਤਾਂ ਲਾਉਣੇ ਆ, ਜਿਵੇਂ ਇਲੈਕਸ਼ਨਾਂ 'ਚ ਲੱਗਦੇ ਜੀ। ਚੋਣਾਂ 'ਚ ਲੋਕਾਂ ਦੇ ਫਿਰ ਵੀ ਹਿੱਤ ਹੁੰਦੇ ਆ, ਲੋਕਾਂ 'ਚ ਇੱਕ ਮੁਕਾਬਲਾ ਆਇਆ ਹੁੰਦਾ। ਹੁਣ ਤੇ ਕੁਛ ਵੀ ਨਹੀਂ ਹੈ ਜੀ। ਬਾਕੀ ਬੀਜੇਪੀ ਨੇ ਆਉਣ ਵਾਲੇ ਆ ਸਮੇਂ 'ਚ 15 ਤਰੀਕ ਨੂੰ ਆ ਲੈਣ ਤੋਂ ਸਾਰਿਆਂ ਦਾ ਪਤਾ ਲੱਗੇ ਜਾਣਾ ਕਿੱਥੇ ਲੱਗੇ ਕਿੱਥੇ ਨਹੀਂ। ਇਹ ਨਾ ਹੋਵੇ ਕਿ ਜਿਹੜੇ ਝੰਡੇ ਵੱਜ ਜਾਣ ਫਿਰ ਪੁਲਿਸ ਨੂੰ ਭੇਜ ਕੇ ਘਰੋਂ ਘਰੀ ਲਵਾਉਣ ਜਾਂ ਡੀਸੀ ਨੂੰ ਹੁਕਮ ਚਾੜ ਦੇਣ, ਡੰਡਾ ਚਾੜ ਦੇਣ ਕਿ ਜੇ ਇੰਨੇ ਵੀਡੀਓ ਬਣਾ ਕੇ ਭੇਜ ਵੀ ਜੇ ਇੰਨੇ ਪਿੰਡਾਂ 'ਚ ਇੰਨੇ ਝੰਡੇ ਨਾ ਦਿਖੇ ਜਾਂ ਤੇਰੇ ਕੋਲ ਝੰਡੇ ਬਚੇ ਰਹੇ ਤਾਂ ਤੈਨੂੰ ਅਸੀਂ ਛੱਡਾਂਗੇ ਨਹੀਂ। ਇਸ ਤਰੀਕੇ ਨਾਲ ਡਰਾ ਧਮਕਾ ਕੇ ਤੇ ਝੰਡੇ ਲਾ ਸਕਦੇ ਆ, ਹੈ ਲਵਾ ਸਕਦੇ ਆ, ਤੇ ਉਹਦੇ ਨਾਲ ਪਤਾ ਨਹੀਂ ਉਹ ਆਜ਼ਾਦੀ ਹੋਊਗੀ ਗੁਲਾਮੀ ਹੋਊਗੀ। ਪਰ ਇੱਕ ਗੱਲ ਮੈਨੂੰ ਇਹੀ ਫਿਰ ਲੱਗਦਾ ਕਿ ਬੀਜੇਪੀ ਨੂੰ ਇਹ ਸੋਚਣਾ ਚਾਹੀਦਾ ਕਿ ਕਿਤੇ ਉਹ ਦੇਸ਼ ਭਗਤੀ ਦਾ ਜਜ਼ਬੇ ਨੂੰ ਪੈਦਾ ਕਰਦਾ ਕਿਤੇ ਕਾਂਗਰਸ ਦੇ ਜਜ਼ਬੇ ਨੂੰ ਤਾਂ ਨਹੀਂ ਹੁਲਾਰਾ ਦੇ ਰਹੇ ਜੀ। ਤੇ ਅਗਲੇ ਸਵਾਲ ਵੱਲ ਵਧਦੇ ਹਾਂ ਪ੍ਰੋਫੈਸਰ ਸਾਹਿਬ। ਇਹ ਇਲਜ਼ਾਮ ਆ ਜਿਹੜੇ ਉਹ ਲੱਗਦੇ ਨੇ ਕਿ ਚੋਣਾਂ ਤੋਂ ਠੀਕ ਪਹਿਲਾਂ ਨੂੰ, ਮੰਨ ਲਓ ਹੁਣ ਕਿਉਂਕਿ 2024 ਦੇ ਵਿੱਚ ਚੋਣਾਂ ਆਉਣੀਆਂ ਨੇ ਤੇ ਵੱਡਾ ਪ੍ਰਚਾਰ ਆ ਜਿਹੜਾ ਉਹ ਸੈਂਟਰ ਦੀ ਸਰਕਾਰ ਵੱਲੋਂ ਵੀ ਕੀਤਾ ਜਾ ਰਿਹਾ ਹੈ, ਝੰਡੇ ਲਾਉਣ ਦਾ ਸੰਦੇਸ਼ ਜਿਹੜਾ ਉਹ ਦਿੱਤਾ ਜਾ ਰਿਹਾ ਹੈ, ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਸੂਬਿਆਂ ਦੀਆਂ ਸਰਕਾਰਾਂ ਵੱਲੋਂ ਵੀ ਇਹੀ ਕੁਝ ਕੀਤਾ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਵੀ ਦਿੱਲੀ ਦੇ ਵਿੱਚ ਇਹੀ ਸੁਨੇਹਾ ਦਿੱਤਾ ਹੈ। ਤਾਂ ਕੀ ਲੱਗਦਾ ਕਿ ਉਹ ਦੇਸ਼ ਦਾ ਪ੍ਰਚਾਰ ਕਰ ਰਹੇ ਨੇ ਜਾਂ ਆਉਣ ਵਾਲੀਆਂ ਚੋਣਾਂ ਵਿੱਚ ਉਹ ਆਪਣੇ ਪ੍ਰਚਾਰ ਦੀ ਜਿਹੜੀ ਤਿਆਰੀ ਆ ਉਹਨਾਂ ਨੇ ਉਹ ਪਹਿਲਾਂ ਤੋਂ ਹੀ ਆਰੰਭ ਦਿੱਤੀ ਹੈ? ਕੇਜਰੀਵਾਲ ਬਾਰੇ ਦੋ ਗੱਲਾਂ। ਇੱਕ ਤੇ ਉਹਨੇ 100 ਕਰੋੜ ਰੁਪਈਆ ਖਰਚ ਵੀ ਦਿੱਤਾ, 4 ਦਿਨ ਪਹਿਲਾਂ ਦੀ ਖਬਰ ਸੀ। ਇਹਦਾ ਮਤਲਬ 100 ਹੋਰ ਖਰਚ ਦੂ। ਉਹ ਪੈਸਾ ਇਹੋ ਜਿਹੇ ਕੰਮਾਂ ਲਈ ਬਹੁਤ ਈਜ਼ੀਲੀ ਖਰਚਦਾ ਕਿਉਂਕਿ ਉਹਦੇ 'ਚ ਜਗ੍ਹਾ ਜਗ੍ਹਾ ਨਾਲ ਆਪਣੀ ਫੋਟੋ ਵੀ ਲਾਊਗਾ। ਉਹ ਇਹ ਨਹੀਂ ਵੀ ਇਕੱਲਾ ਤਿਰੰਗਾ ਲਾ ਦੂਗਾ, ਇੰਨਾ ਕੱਚੀਆਂ ਕੌਡੀਆਂ ਨਹੀਂ ਖੇਡਿਆ ਹੋਇਆ। ਉਹਨੂੰ ਤਾਂ ਮੌਕਾ ਚਾਹੀਦਾ ਆਪਣਾ ਪ੍ਰਚਾਰ ਕਰਨ ਦੀ। ਉਹ ਆਪਣੇ ਚਿਹਰੇ ਨੂੰ ਉਹ ਸਮਝਦਾ ਕਿ ਇਹ ਸਰਕਾਰ ਮੋਦੀ ਦੀ ਹੈ, ਬੀਜੇਪੀ ਦੀ ਨਹੀਂ। ਅਤੇ ਜਿੰਨੀ ਲੋਕਾਂ ਦੇ ਵਿੱਚ ਮਸ਼ਹੂਰੀ ਜਾਂ ਪ੍ਰਵਾਨਗੀ ਜਾਂ ਹਰਮਨ ਪਿਆਰਤਾ ਵੀ ਕਈਆਂ 'ਚ ਹੋਊਗੀ ਵੀ ਬੜਾ ਚੰਗਾ ਬੰਦਾ, ਇਸ ਚਿਹਰੇ ਦੀ ਆ, ਉਹਦੇ ਸਿਰ 'ਤੇ ਹੀ ਬੀਜੇਪੀ ਜਿੱਤਦੀ। ਤੋ ਆਪਣੇ ਆਪ ਨੂੰ ਪਿਛਲੇ 7-8 ਸਾਲਾਂ ਦਾ ਮੋਦੀ ਦੇ ਬਰਾਬਰ ਦਾ ਚਿਹਰਾ ਲਾਂਚ ਕਰ ਰਿਹਾ ਕਿ ਮੈਂ ਵੀ ਉਹਦੇ ਨਾਲੋਂ ਘੱਟ ਨਹੀਂ। ਅਤੇ ਜਾ ਕੇ ਗੁਜਰਾਤ ਅਤੇ ਹਿਮਾਚਲ 'ਚ ਵਿੱਚ ਇਹੀ ਪ੍ਰਚਾਰ ਉਹ ਕਰਦੇ ਲੱਗਾ। ਇਸ ਕਰਕੇ ਉਹਦੀਆਂ ਚਾਲਾਂ ਅਤੇ ਉਹਦੇ ਤਰੀਕੇ ਤੌਰ ਤਰੀਕੇ ਜਾਂ ਉਹ ਸਾਰੇ ਅਤੇ ਉਹੀ ਹੋਣਗੇ ਜੋ ਮੋਦੀ ਦੇ ਆ, ਉਹਦੇ 'ਚੋਂ ਉਹ ਬਾਹਰ ਨਹੀਂ ਰਹੂਗਾ। ਦੂਜੀ ਗੱਲ, ਬਾਹਰ ਜਾ ਕੇ ਜਿਹੜਾ ਇੱਕ ਮੈਂ ਦੱਸ ਦਿਆਂ ਕਿ ਉਹਨੇ ਇੱਕ ਸਪੈਸ਼ਲ ਕੋਈ ਕਮੇਟੀ ਬਣਾਤੀ ਹੈ। ਅੱਜ ਹੀ ਤੁਸੀਂ ਅਖਬਾਰ ਜਾ ਕੇ ਦੇਖਿਓ, ਮੈਂ ਤਾਂ ਬੜਾ ਹੈਰਾਨ ਆ। ਉਹਦਾ ਪਰਮਿੰਦਰ ਸਿੰਘ ਕਿ ਕੀ ਨਾਂ ਆ ਜਿਹਦੇ ਨਾਂ 'ਤੇ ਖਬਰ ਲੱਗੀ ਹੋਈ ਹੈ ਕਿ ਉਹਦਾ ਨਾਂ ਹੀ ਆ ਕਿ ਜਿਹੜਾ ਇਹਦਾ ਚਿਹਰੇ ਨੂੰ ਪ੍ਰਮੋਟ ਕਰਦਾ। ਮੈਨੂੰ ਐਗਜ਼ੈਕਟ ਵਰਡਿੰਗ ਉਹਦੀ ਭੁੱਲ ਗਈ ਹੈ ਕਿ ਚਿਹਰਾ ਹੈ ਜਿਹੜਾ ਮੋਦੀ ਨਾ ਕੇਜਰੀਵਾਲ ਦੇ ਚਿਹਰੇ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ਲਈ ਪ੍ਰਮੋਟ ਕਰਨਾ। ਮਿਸ਼ਨ ਕੇਜਰੀਵਾਲ ਪ੍ਰਾਈਮ ਮਿਨਿਸਟਰ ਚਿਹਰਾ, ਇਹ ਉਹਦਾ ਇਹੋ ਜਿਹਾ ਨਾਂ ਹੈ, ਲਗਭਗ ਇਹੀ ਨਾਂ ਹੈ। ਹੱਦ ਹੋ ਗਈ ਹੈ। ਇੱਕ ਚਿਹਰੇ ਨੂੰ ਪ੍ਰੋਜੈਕਟ ਕਰਨ ਲਈ ਵੀ ਤੁਹਾਡਾ ਇੱਕ ਮਿਸ਼ਨ ਬਣਾਤਾ। ਜਿਵੇਂ ਤੁਹਾਡਾ ਮਿਸ਼ਨ ਇਹ ਹੋਵੇ ਦੇਸ਼ ਦੇ ਵਿੱਚ ਤੁਸੀਂ ਪਾਵਰਟੀ ਗਰੀਬੀ ਖਤਮ ਕਰਨੀ ਆ, ਮਿਸ਼ਨ ਹੋਵੇ ਕਿ ਦੇਸ਼ ਦੇ ਵਿੱਚੋਂ ਤੁਸੀਂ ਅਨਪੜ੍ਹਤਾ ਖਤਮ ਕਰਨੀ ਆ, ਲੋਕਾਂ ਦੀਆਂ ਸਿਹਤ ਸੇਵਾਵਾਂ ਮਜ਼ਬੂਤ ਕਰਨੀਆਂ। ਇਹਦੇ ਮਿਸ਼ਨ ਮੈਂ ਦੇਖੇ ਸੀਗੇ ਜੀ। ਜਾਂ ਤੁਸੀਂ ਵਾਤਾਵਰਨ ਬਚਾਉਣਾ, ਇਹ ਮਿਸ਼ਨ ਤੇ ਦੇਖੇ ਸੀਗੇ। ਹੁਣ ਇਹ ਮਿਸ਼ਨ ਕਿਹੜਾ ਕਿ ਤੁਸੀਂ ਉਹਨੇ ਕਮੇਟੀ ਬਣਾਤੀ ਹੈ ਕਿ ਮੈਨੂੰ ਮੋਦੀ ਦੇ ਬਰਾਬਰ ਦਾ ਪ੍ਰਧਾਨ ਮੰਤਰੀ ਦਾ ਚਿਹਰਾ ਬਣਾ ਕੇ ਦੇਸ਼ ਦੇ ਵਿੱਚ ਅੱਗੇ ਤੋਰ ਦਿਓ। ਯਾਰ ਇੰਨਾ ਓਪਨਲੀ ਸੱਤਾ ਦੇ ਲਾਲਚੀ ਹੋਣਾ ਅਤੇ ਲਾਲਾਂ ਸੁੱਟਣੀਆਂ ਸੱਤਾ ਲਈ, ਇਹ ਕੀ ਲੋਕਾਂ ਨੂੰ ਹੋ ਗਿਆ? ਲੋਕਾਂ ਦੇ ਦਿਮਾਗ ਨੂੰ ਕੀ ਹੋ ਗਿਆ? ਕਿਤੇ ਸਾਉਣ ਭਾਦੋਂ ਦੀ ਗਰਮੀ ਨਾਲ ਕੋਈ ਉਹ ਇੱਧਰ ਉੱਧਰ ਹਿੱਲ ਤਾਂ ਨਹੀਂ ਗਏ? ਔਰ ਉਹ ਪੰਜਾਬ ਦੇ ਵਿੱਚ ਵੀ ਉਹਦੇ ਬਣਾਤੇ ਗਾਂ ਬੰਦੇ, ਨਾਂ ਲਿਖਿਆ ਹੋਇਆ ਕਿਹੜਾ ਕਿਹੜਾ ਬੰਦਾ ਕੀ ਹੈ। ਉਹ ਹੁਣ ਇਹਦੇ ਚਿਹਰੇ ਨੂੰ ਹੈਲੀਕਾਪਟਰ 'ਤੇ ਲੈ ਕੇ ਬੜੇ ਵੱਡੇ ਝੰਡੇ 'ਤੇ ਲੈ ਕੇ ਉੱਡਿਆ ਕਰੂਗਾ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਵੀ ਮੋਦੀ ਦੀ ਸ਼ਕਤੀ ਖਤਮ ਹੋ ਗਈ ਆ। ਮੋਦੀ ਦੀ ਜਿੰਨੀ ਕੁ ਫਾਇਰਿੰਗ ਪਾਵਰ ਸੀ ਉਹ ਹੁਣ ਨਹੀਂ ਰਹੀ। ਅਤੇ ਹੁਣ ਆ ਇੱਕ ਨਵੀਂ
ਬਫਰ ਗਨ ਆਈ ਆ, ਉਹ ਕੇਜਰੀਵਾਲ ਆ, ਉਹ ਦੇਸ਼ ਨੂੰ ਹੁਣ ਅੱਗੇ ਚਲਾਊਗਾ ਤੇ ਦੇਸ਼ ਦੀ ਅਸਲ ਅੰਮ੍ਰਿਤ ਮਹਾਉਤਸਵ ਦਾ ਆਉਣ ਵਾਲਾ ਇਨਹੈਰੀਟਰ ਕੇਜਰੀਵਾਲ ਆ। ਮੈਨੂੰ ਲੱਗਦਾ ਕਿ ਯਾਰ ਇੰਨਾ ਵੀ ਤੁਸੀਂ ਨੰਗੇ ਚਿੱਟੇ ਤੌਰ ਤੇ ਸੱਤਾ ਦਾ ਭੋਖੜਾ ਨਹੀਂ ਦਿਖਾਉਣਾ ਚਾਹੀਦਾ। ਪ੍ਰੋਫੈਸਰ ਸਾਹਿਬ, ਆਖਰੀ ਸਵਾਲ ਕਿ ਝੰਡੇ ਲਾਉਣ ਦੀ ਗੱਲ ਚੱਲੀ ਹੈ ਤਾਂ ਸਿਮਰਨਜੀਤ ਸਿੰਘ ਮਾਨ ਜਿਹੜੇ ਸੰਗਰੂਰ ਤੋਂ ਐਮਪੀ ਨੇ, ਉਹਨਾਂ ਨੇ ਵੀ ਆਖਿਆ ਹੈ ਕਿ ਅਸੀਂ ਇਸ ਤਿਰੰਗੇ ਨੂੰ ਨਹੀਂ ਮੰਨਦੇ, ਅਸੀਂ ਕੇਸਰੀ ਝੰਡਾ ਹੈ ਜਿਹੜਾ ਉਹ ਆਪਣੇ ਘਰਾਂ 'ਤੇ ਲਹਿਰਾਵਾਂਗੇ। ਉਹਨਾਂ ਨੇ ਕੇਸਰੀ ਝੰਡਾ 15 ਅਗਸਤ ਵਾਲੇ ਦਿਨ ਲਗਾਉਣ ਦਾ ਸੰਦੇਸ਼ ਆ ਜਿਹੜਾ ਉਹ ਦਿੱਤਾ ਹੈ, ਤਾਂ ਕਿਵੇਂ ਦੇਖਦੇ ਹੋ? ਜਲੂਸ ਨਿਕਲੂਗਾ, ਕਿੰਨੇ ਕੁ ਲਾਉਣਗੇ? ਦੇਖੋ, ਇਹੋ ਜਿਹੇ ਐਕਸ਼ਨਾਂ ਦਾ ਫਾਇਦਾ ਤਾਂ ਹੁੰਦਾ, ਤੁਹਾਨੂੰ ਯਾਦ ਆ ਜਦੋਂ ਭੁੱਲਰ ਦੀ ਨਹੀਂ, ਰਾਜੋਆਣੇ ਦੀ ਜਿਹੜਾ ਫਾਂਸੀ ਦਾ ਹੋਇਆ ਸੀਗਾ, ਹਾਂਜੀ ਹੈ ਨਾ, ਪੰਜਾਬ ਦੇ ਵਿੱਚ, ਮੇਰੇ ਘੱਟ 10 ਸਾਲ ਦੀ ਗੱਲ ਹੈ, ਜਦੋਂ ਫਾਂਸੀ ਦਾ ਹੋ ਗਿਆ ਤਾਂ ਉਸ ਨੂੰ ਕਨਵਰਟ ਉਮਰ ਕੈਦ 'ਚ ਕੀਤਾ ਤੇ ਅਕਾਲੀਆਂ ਦੀ ਸਰਕਾਰ ਸੀ। ਸਾਰੇ ਪੰਜਾਬ 'ਚ ਕਿਵੇਂ ਸੜਕਾਂ ਦਾ ਕਿਵੇਂ ਕੇਸਰੀ ਸਾਰੀ ਜਗ੍ਹਾ ਲੱਗ ਗਈ ਸੀ। ਯਾਦ ਹੈ ਤੁਹਾਨੂੰ? ਤੁਹਾਨੂੰ ਨਹੀਂ ਯਾਦ ਹੋਣਾ, ਤੁਸੀਂ ਥੋੜ੍ਹੇ ਛੋਟੇ ਹੋਣੇ ਹੋ ਜੀ। ਇਸ ਲਈ ਜਦੋਂ ਇਹ ਕੇਸਰੀ ਲੱਗਣੇ ਆ ਨਾ, ਉਦੋਂ ਕਿਸੇ ਦੇ ਕਹਿਣ 'ਤੇ ਨਹੀਂ ਲੱਗਣੇ, ਇਹ ਕੇਸਰੀ ਲੋਕਾਂ ਦੇ ਦਿਲਾਂ 'ਚ ਹੀ ਰਹਿੰਦੇ। ਇੱਥੇ ਪੰਜਾਬੀਆਂ ਦੇ ਕੋਈ ਵੀ ਉਹਨਾਂ ਦੇ ਦਿਲ 'ਚ ਕੇਸਰੀ ਆ, ਕੇਸਰੀ ਦੀ ਇੱਜ਼ਤ ਮਾਣ, ਉਹਦਾ ਰੁਤਬਾ ਇੱਥੇ ਰਹਿੰਦਾ ਦਿਲ 'ਚ। ਉਹ ਇੰਨਾ ਹੀ ਆ ਕਿ ਜਦੋਂ ਉਹਨਾਂ ਨੂੰ ਮੌਕਾ ਲੱਗਦਾ ਬਾਹਰ ਆ ਜਾਂਦਾ, ਪਰ ਉਹ ਇਸ ਤਰ੍ਹਾਂ ਕਿਸੇ ਦੇ ਕਹਿਣ 'ਤੇ ਕੌਲ ਦੇਣ 'ਤੇ ਇਹੋ ਜਿਹੀਆਂ ਗੱਲਾਂ ਨਹੀਂ ਕਰਨਗੇ। ਇਹ ਤਾਂ ਐਵੇਂ ਟਿੰਡ 'ਚ ਕਾਨਾ ਪਾਉਣ ਵਾਲੀ ਗੱਲ ਆ। ਔਰ ਮੈਂ ਇਹਦੇ ਜਿਹੜੇ ਗਹਿਰੇ ਅਰਥ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਜਿਹੜੀ ਸਾਡੀ ਅਲੱਗ-ਅਲੱਗ ਫਿਰਕਿਆਂ ਦੀ ਆਪਸੀ ਭਾਈਚਾਰਾ ਆ, ਸ਼ਾਂਤੀ ਤੇ ਸਾਡੇ ਅਮਨ ਵਾਲੇ ਰਿਸ਼ਤੇ ਇੱਕ ਦੂਜੇ ਨਾਲ, ਦੋਸਤਾਨਾ ਰਿਸ਼ਤੇ ਆ, ਉਸ ਦੇ ਵਿੱਚ ਬਾਰ-ਬਾਰ ਜ਼ਹਿਰ ਕਿਵੇਂ ਪਾਉਣੀ ਆ, ਇਹ ਉਸ ਪਾਸੇ ਨੂੰ ਗੱਲ ਲੈ ਕੇ ਜਾਂਦੀ ਆ। ਮੈਨੂੰ ਇਹ ਬਿਲਕੁਲ ਨਹੀਂ ਲੱਗਦਾ, ਇਹ ਘੱਟੋ ਘੱਟ ਸਿੱਖੀ ਤਾਂ ਨਹੀਂ ਹੈ। ਸਿੱਖੀ ਦੇ ਨਾਂ 'ਤੇ ਇਹੋ ਜਿਹੀ ਗੱਲ ਕਰਨੀ ਕੋਈ ਵੀ ਇਹ ਠੀਕ ਨਹੀਂ ਹੈਗੀ। ਸਿੱਖੀ ਜੋੜਦੀ ਹੈ, ਫਿਰਕਿਆਂ ਨੂੰ ਤੋੜਦੀ ਨਹੀਂ। ਉਹ ਮਨਵਾਦੀ ਹੈ, ਉਹ ਲੜਾਉਂਦੀ ਨਹੀਂ, ਉਹ ਸ਼ਾਂਤੀ ਪੂਜਕ ਹੈ। ਉਹ ਹਮੇਸ਼ਾ 24 ਘੰਟੇ ਹਥਿਆਰਾਂ ਦੀ ਨਹੀਂ ਗੱਲ ਕਰਦੀ, ਪਰ ਜੇ ਸ਼ਾਂਤੀ ਨੂੰ ਬਹੁਤ ਕੋਈ ਖਤਰਾ ਹੋ ਜਾਏ ਤਾਂ ਫਿਰ ਹਥਿਆਰ ਉਹ ਆਖਰੀ ਵੈਪਨ ਹੈਗਾ ਕਿ ਸ਼ਾਂਤੀ ਨਾ ਟੁੱਟ ਜੇ ਕਿਤੇ। ਇਸ ਲਈ ਨਹੀਂ ਕਿ ਤੁਹਾਨੂੰ ਸੱਤਾ ਚਾਹੀਦੀ ਆ, ਇਸ ਕਰਕੇ 24 ਘੰਟੇ ਤੁਸੀਂ ਦੰਦ ਨਾਉਂਦੇ ਫਿਰੋ ਦੂਸਰਿਆਂ ਵਾਂਗੂ। ਇਹ ਬਿਲਕੁਲ ਪੰਜਾਬੀਆਂ ਲਈ, ਪੰਜਾਬੀਅਤ ਲਈ, ਸਾਡੇ ਇਤਿਹਾਸ ਲਈ, ਸਾਡੀ ਇੱਥੇ ਦੀ ਸਿੱਖੀ ਜੋ ਫਲਸਫਾ ਅਤੇ ਸਾਨੂੰ ਮਾਰਗ ਸਾਡੇ ਗੁਰੂ ਸਾਹਿਬਾਨ ਦੱਸ ਕੇ ਗਏ ਆ, ਉਹਦੇ ਨਾਲ ਕਿਸੇ ਵੀ ਤਰੀਕੇ ਨਾਲ ਇਹ ਗੱਲਾਂ ਮੇਚ ਜਾਂ ਉਹਨਾਂ ਦਾ ਕੋਈ ਉੱਥੇ ਮੇਲ ਨਹੀਂ ਹੈਗਾ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਬਹੁਤ ਸਾਹਿਬ। ਸ਼ੁਕਰੀਆ ਜੀ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ, ਜਿਨ੍ਹਾਂ ਨਾਲ ਦੇਸ਼ ਦੀ ਆਜ਼ਾਦੀ ਬਾਰੇ, ਦੇਸ਼ ਦੇ ਮੌਜੂਦਾ ਹਾਲਾਤਾਂ ਬਾਰੇ, ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਅਤੇ ਫੈਡਰਲ ਢਾਂਚੇ ਬਾਰੇ ਗੱਲਬਾਤ ਆ ਜਿਹੜੀ ਉਹ ਕੀਤੀ ਗਈ ਹੈ। ਜਲਦ ਹੀ ਅਗਲੇ ਪ੍ਰੋਗਰਾਮ ਵਿੱਚ ਮਿਲਾਂਗੇ ਇੱਕ ਨਵੀਂ ਸ਼ਖਸੀਅਤ ਨਾਲ, ਇੱਕ ਨਵੇਂ ਮੁੱਦੇ ਤੇ।